ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਦੋਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿ ਬੈ ਸੰਤਰ। ਸਗਲ ਦੂਧ ਮਹਿ ਕੀਆ। ਊਚ ਨੀਚ ਮਹਿ ਜੋਤ ਸਮਾਣੀ। ਘਾਟ ਘਾਟ ਮਾਧਵ ਜੀਆ। ਸਗਲ ਬਨਸਪਤ ਮਹਿ ਬੈ ਸੰਤਰ। ਸਗਲ ਦੂਧ ਮਹਿ ਕੀਆ। ਊਚ ਨੀਚ ਮਹਿ ਜੋਤ ਸਮਾਣੀ। ਘਾਟ ਘਾਟ ਮਾਧਵ ਜੀਆ। ਸੰਤੋ ਘਾਟ ਘਾਟ ਰਹਿਆ ਸਮਾਹਿਓ। ਪੂਰਨ ਪੂਰ ਰਹਿਓ ਸਰਬ ਮਹਿ। ਜਲ ਥਲ ਰਮਈਆ ਆਹਿਓ। ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ। ਸਭ ਮਹਿ ਰਹਿਆ ਸਮਾਇਓ। ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ। ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਸ ਸ਼ਬਦ ਦਾ ਜੋ ਵਿਸ਼ਾ ਹੈ, ਪ੍ਰਕਰਨ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਬ ਵਿਆਪਕ ਹੋਂਦ। ਉਸ ਵਿੱਚ ਇਹ ਮਸਲਾ ਨਹੀਂ ਇਹ ਇਨਸਾਨ ਗਿਆਨੀ ਹੈ ਜਾਂ ਇਹ ਅਗਿਆਨੀ ਹੈ। ਇਹ ਵੀ ਮਸਲਾ ਨਹੀਂ ਕਿ ਇਸ ਦੀ ਬੋਲੀ ਕੁਝ ਹੋਰ ਹੈ, ਦੂਸਰੇ ਦੀ ਕੁਝ ਹੋਰ ਹੈ। ਇਹਨਾਂ ਦੇ ਪਹਿਰਾਵੇ ਵੱਖਰੇ ਨੇ,
ਬਸ ਇੱਕੋ ਹੀ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਜੜ ਤੇ ਚੇਤਨ ਵਿੱਚ ਵੀ ਹੈ, ਚੰਗੇ ਤੇ ਮੰਦੇ ਵਿੱਚ ਵੀ ਹੈ, ਤੇ ਸਿਰਫ ਕੇਵਲ ਮਨੁੱਖੀ ਸਰੀਰ ਪਸ਼ੂ ਪੰਛੀ ਨਹੀਂ, ਪਾਣੀ ਵਿੱਚ ਵੀ ਹੈ, ਪੁਲਾੜ ਵਿੱਚ ਵੀ ਹੈ, ਤੇ ਸੁੱਕੀ ਜ਼ਮੀਨ ਧਰਤੀ ਦੇ ਉੱਪਰ ਵੀ ਉਹਦੀ ਹੀ ਜੋਤ ਹੈ। ਇਉਂ ਕਹਾ ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਵ ਵਿਆਪਕਤਾ ਦੀ ਜਿਹੜੀ ਝਲਕ ਹੈ ਉਸ ਨੂੰ ਸਮਝਾਇਆ ਸਾਨੂੰ। ਤੇ ਇਹਦੇ ਵਿੱਚ ਸਤਿਗੁਰਾਂ ਨੇ 2 ਉਦਾਹਰਨਾਂ ਵੀ ਦਿੱਤੀਆਂ ਨੇ ਇਸ ਗੱਲ ਨੂੰ ਸਮਝਣ ਵਾਸਤੇ ਕਿ ਕਿਵੇਂ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ ਸਾਰਿਆਂ ਦੇ ਵਿੱਚ ਸਰਵ ਵਿਆਪਕ ਨੇ। ਇਹ ਅਸੀਂ ਅੱਜ ਵਿਚਾਰ ਕਰਾਂਗੇ ਜੀ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸ਼ੋਭਾਏਮਾਨ ਹੋ, ਜਿਤਨੇ ਹਜ਼ੂਰ ਜੀ ਦੇ ਸਨਮੁਖ ਬੈਠੇ ਹੋ, ਘਰਾਂ ਵਿੱਚ ਬੈਠੇ ਹੋ, ਸਾਧ ਸੰਗਤ ਅਸੀਸ ਬਖਸ਼ੋ। ਹਜ਼ੂਰ ਆਪ ਆਪਣੇ ਸ਼ਬਦ ਦੀ ਕਲਾ ਵਰਤਾਨ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਦੋਪਦੇ। ਸੋਰਠ ਰਾਗ ਹੈ ਤੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਦੂਸਰੇ ਘਰ ਵਿੱਚ ਸ਼ਬਦ ਉਚਾਰਨ ਕੀਤਾ ਹੈ। ਔਰ ਇਹ ਜਿਹੜਾ ਸ਼ਬਦ ਹੈ ਇਸ ਵਿੱਚ 2 ਪਦੇ ਨੇ। ਹਾਂ, 2 ਪਦੇ ਤੇ 2 ਤੁਕਾਂ, ਇੱਕ ਪਦਾ ਹੋਰ ਕਹਿ ਲਈਏ ਉਹ ਰਹਾਉ ਦੇ ਬਚਨ ਨੇ। ਤੇ ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਜੀ ਇੱਕ ਨੇ, ਉਸ ਇੱਕ ਵਰਗਾ ਹੋਰ ਇੱਕ ਕੋਈ ਨਹੀਂ। ਕਿਉਂਕਿ ਇੱਕ ਸ਼ਬਦ ਅਸੀਂ ਵਰਤ ਲੈਂਦੇ ਹਾਂ, ਪਰ ਦਾਸ ਨੇ ਇੱਕ ਵਾਰ ਇਸ ਸੰਬੰਧੀ ਬੇਨਤੀ ਕੀਤੀ ਸੀ ਜੀ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਵਾਰ ਵੀ ਮੰਗਲ ਆਇਆ ਹੈ, ਇੱਕ ਓੰਕਾਰ ਜਿਹੜਾ ਅਸੀਂ ਪੜ੍ਹਨੇ ਹਾਂ, ਸਾਨੂੰ ਕਿਤੇ ਵੀ ਮੰਗਲ ਵਿੱਚ ਈੜੀ ਸਿਹਾਰੀ ਕੱਕਾ ਇੱਕ ਨਹੀਂ ਮਿਲੇਗਾ, ਅੱਖਰਾਂ 'ਚ ਨਹੀਂ ਮਿਲੇਗਾ। ਸਮਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਇੱਕ ਜਿਹੜਾ ਹੈ ਉਹ ਅੰਕ ਵਾਲਾ, ਹਿੰਸੇ ਵਾਲਾ ਹੀ ਮਿਲੇਗਾ। ਮੈਂ ਥੋੜੀ ਜਿਹੀ ਵਿਚਾਰ ਬਹੁਤ ਸਮਾਂ ਪਹਿਲਾਂ ਕੀਤੀ ਸੀ ਜੀ, ਕਿਉਂਕਿ ਓੰਕਾਰ ਸ਼ਬਦ ਜਿਹੜਾ ਹੈ ਇਹ ਬਹੁਤ ਪੁਰਾਣਾ ਹੈ। ਉਪਨਿਸ਼ਦ ਇਸ ਦਾ ਜ਼ਿਕਰ ਕਰਦਾ ਹੈ। ਜਿਹੜਾ ਇਹ ਸ਼ਬਦ ਹੈ, ਧੁਨੀ ਹੈ ਓੰਕਾਰ ਦੀ, ਜਾਂ ਮੈਂ ਅਰਜ਼ ਕਰਾਂ ਓਮ ਸ਼ਬਦ ਹੈ, ਸਮੇਂ ਵਿੱਚ ਵਿਆਖਿਆ ਕਰਦਿਆਂ ਕਈ ਸੱਜਣਾ ਜਿਹੜਾ ਓਮ ਸ਼ਬਦ ਬੋਲਿਆ ਜਾਂਦਾ ਸੀ, ਓਮ, ਇਸ ਨੂੰ 3 ਅੱਖਰਾਂ ਵਿੱਚ ਵੰਡ ਦਿੱਤਾ। ਇਉਂ ਕਹਿ ਲਾ, ਊੜਾ, ਐੜਾ ਤੇ ਮੰਮਾ, ਓਮ। ਤੇ ਨਾਲ ਕਹਿ ਦਿੱਤਾ ਵੀ ਇਸ ਧੁਨੀ ਦੇ 3 ਹਿੱਸੇ ਕਰਕੇ ਇਹ ਤ੍ਰੈ ਦੇਵ ਹੈ। ਤ੍ਰੈ ਦੇਵ ਦਾ ਅਰਥ ਬ੍ਰਹਮਾ, ਵਿਸ਼ਨ, ਮਹੇਸ਼ ਦਾ ਲਖਾਇਕ ਹੈ। ਕਿਸੇ ਨੇ ਕਹਿ ਦਿੱਤਾ ਜੀ ਇਹ 3 ਜਿਹੜੇ ਟੁਕੜੇ ਕਰਨੇ ਆ, ਇਹ ਰਜ ਗੁਣ, ਤਮ ਗੁਣ, ਸਤ ਗੁਣ ਦੀ ਵਿਆਖਿਆ ਹੈ ਓਮ ਦੀ। ਕਿਸੇ ਨੇ ਕਹਿ ਦਿੱਤਾ ਜੀ ਇਹ ਸੁਰਗ, ਮੱਛ, ਪਿਆਲਾ, ਇਹ 3 ਲੋਕਾਂ ਦੀ ਵਿਆਪਕਤਾ ਦਾ ਜ਼ਿਕਰ ਹੈ। ਉਂਝ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਜਦੋਂ ਸਮੱਤ ਦਿੱਤੀ, ਉਹਨਾਂ ਕਿਹਾ ਵੀ 1 2 3 ਹਿੱਸੇ ਨਹੀਂ, ਸੱਚ ਇਹ ਉਹ ਕੇਵਲ ਇੱਕ ਹੈ, ਜਿਸ ਇੱਕ ਤੋਂ ਸਭ ਕੁਝ ਪੈਦਾ ਹੋਇਆ ਹੈ, ਤੇ ਉਸ ਇੱਕ ਵਰਗਾ ਹੋਰ ਦੂਜਾ ਕੋਈ ਨਹੀਂ। ਆਪ ਜੀ ਜਪਜੀ ਸਾਹਿਬ ਦੀ ਬਾਣੀ 'ਚ ਸਤਿਗੁਰਾਂ ਜੀ ਦਾ ਇਹ ਅੰਮ੍ਰਿਤ ਬਚਨ ਪੜ੍ਹ ਦੇਖੋ,
ਏਕਾ ਮਾਈ जुगत व्याई, तिन चेले परवान, एक संसारी, एक भंडारी, एक लाए दीवान। इस तरह देव आ गए जी कि एका माई माया जुगत नाल प्रसूत होई, उन्हें तिन पुत्रां नूं, तिन चेले, तिन बच्चों नूं जन्म दिता। एक संसारी, एक संसार दी पैदाइश वाले ब्रह्मा जी, एक भंडारी, दूसरे भंडारा देने वाले, रिजक देने वाले विष्णु जी, एक लाए दीवान ते एक दरबार ला के जीवां दे हिसाब करन ताब करन वाले पुरातन विद्वान इनू लाए दीवान भी कहते सन कि जिदी बाण है कि लय कर लेना। पर जो पाठ असी रोज करने, एका माई जुगत व्याई, तिन चेले परवान, एक संसारी, एक भंडारी, एक लाए दीवान। अगे मारे कहते जिव तिस भाव है। हुण याद रखियो, एका माई वखरा रह गया, तिन चेले परवान वखरा हो गया। हुण आ जिहड़ा लफ्ज़ सतगुरां ने वरतिया है जिव तिस, तिस कौन है? इत्थे तिस दा अर्थ है अकाल पुरख वाहिगुरू, पार ब्रह्म परमेश्वर जी। महाराज कहते जिव तिस भावै तिवै चलावै, जिव होवै फुरमान, ओ वेखै, ओ वेखै, ओ ना नदर ना आवे, बहुता इहो विडान। ते सतगुरां ने फरमाया, देखो इहदे विच नमस्कार किनू कर रहे हैं? आदेश, तिसै आदेश, उस अकाल पुरख नूं जिन्हें देवते भी पैदा किए। क्योंकि असी बाणी च पाठ करने, जिहड़ी ओंकार दी बाणी है उहदे विच सतगुरां ने आरंभते ही की, ओंकार ब्रह्मा उत्पत्त, ओंकार किए जिन चित। हुण वो जिहड़ा बचन है कि असी आम तौर पर सुनिया ब्रह्मा ने सृष्टि पैदा की, ब्रह्मा जी ने सृष्टि पैदा की, पर गुरु नानक साहब कहने ओंकार ने ब्रह्मा नूं पैदा किया। फिर अर्ज है ओंकार ब्रह्मा उत्पत्त, ओंकार किए जिन चित। हुण उस विच मैं अर्ज करांगा, आदेश तिसै आदेश, साडी उस नूं नमस्कार है, असी उस नूं आदेश करने आ। आद जिहड़ा सब दा मुੱਢ है, अनील जिहड़ा पवित्र है, जिस दा अंत कोई नहीं पा सकदा, जिस दे टुकड़े जिस दा नाश नहीं हो सकदा। आदेश तिसै आदेश, आद अनील अनाद अनाहत, ते प्यारिओ जुग जुग एको वेस। अज भी थोड़ा प्रकरण इस नाल बिल्कुल मिलता जुलता है जी कि ओंकार सिर्फ एक है। तो मैं अर्ज आपनूं कीती सी जी, ईड़ी सिहारी कक्का, कक्का मुक्ता, ये गुरबाणी च आउंदा है। ईड़ी सिहारी कक्के सिहारी शब्द आउंदा है जी, ईड़ी सिहारी कक्के औंकड़ आउंदा है, पर उन्हां दे अर्थ जिहड़े ने जिस तुक विच जिस प्रकरण च आए ने, ये सिर्फ उत्थे हो सकदे आ। जिहड़ा ईड़ी सिहारी कक्के सिहारी बहुवचन विच भी आया है जी। महाराज जी दे असी पाठ करने आ पौड़ियां विच, जपजी साहिब विच, इक ना हुक्मी बख्शीश, एक हुक्मी सदा भवाइयां, उहदे अर्थ कई। अर्ज करांगा कि इत्थे सतगुरां ने ईड़ी सिहारी कक्का नहीं पाया, पर यह भी भेद गुरु की गत गुरु जाने। विद्वान बंदियां ने, सोचण वाले बंदियां ने, लतीफ अकल वालियां ने यह कह दिता जी, ओंकार तो पहला अंक विच एक लिखना, खिंदसा शब्द वरत लवां, ते महाराज जी ने यह नहीं वरतिया ईड़ी सिहारी कक्का एक अखरां च नहीं वरतिया, अंक च। उन्हां दी एक दलील है, वो कहते हैं जिहड़ा शब्द है अखरां दा जोड़ शब्द है, ते सच एवे शब्द उच्चारण एक रख के अर्थ बदल जाता है। फिर गुरमुख इस बेनती नूं सुनियो कि शब्द उच्चारण इक्को रखदा है, पर उहदा अर्थ बदल जाता है। हुण जिवें चलो मैं लफ्ज वरतिया शब्द, उच्चारण तो एक रखांगे, पर जरूरी नहीं कि हर थां ते जिथे गुरबाणी शब्द आया उहदा अर्थ एक होवे। अखर जोड़ एक हो सकता है, पर अर्थ एक नहीं हो सकता। जिवें हुण असीं पाठ करने, देखो ये अपना जी जपजी साहिब विच महाराज जी का बचन है, जत पहारा धीरे सुनियार, ऐरन मत वेद हथियार पाओ खला, अगन तपताओ भांडा पाओ अमृत ताल। उहदे विच है महाराज कहंदे ने कि उस थां ते शब्द घड़िया जाता है, भांडा पाओ अमृत ताल, घड़िया शब्द सच्ची टकसाल, शब्द घड़िया जाता है। इहदा अर्थ गुरमुखां ने जीवन भी कीता है।
ਆਪ ਜੀ ਆਨੰਦ ਸਾਹਿਬ ਚ ਇੱਕ ਪਾਠ ਕਰਦੇ ਹੋ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਹੁਣ ਦੇਖੋ ਉਹਨਾਂ ਦਾ ਸ਼ਬਦ, ਉਹਨਾਂ ਦਾ ਬੋਲ, ਹੁਣ ਇਹ ਅਰਥ ਬਦਲੀ ਜਾ ਰਿਹਾ। ਹੁਣ ਜਦੋਂ ਅਸੀਂ ਪਾਠ ਕਰਨੇ ਹਾਂ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਇਹਦਾ ਅਰਥ ਆਪਾਂ ਕਰਨੇ ਹਾਂ ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦਾ ਸ਼ਬਦ। ਜਦੋਂ ਅਸੀਂ ਇਹ ਪਾਠ ਕਰਨੇ ਹਾਂ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਫਿਰ ਇਹ ਸ਼ਬਦ ਪਰਮਾਤਮਾ ਦਾ ਲਿਖਾਏ ਕਿ ਮੇਰੇ ਕਹਿਣ ਤੋਂ ਮੁਰਾਦ ਅੱਖਰ ਜੋੜ ਸ਼ਬਦ ਇੱਕੋ ਜਿਹਾ ਹੋਵੇਗਾ, ਉਚਾਰਨ ਇੱਕੋ ਜਿਹਾ ਹੋਵੇਗਾ, ਪਰ ਗੁਰਬਾਣੀ ਵਿੱਚ ਸ਼ਬਦ ਜਿਹੜਾ ਹੈ ਉਹ ਪ੍ਰਕਰਨ ਅਨੁਸਾਰ ਆਪਣਾ ਅਰਥ ਬਦਲੀ ਜਾਂਦਾ ਹੈ। ਜਿਸ ਤਰ੍ਹਾਂ ਪ੍ਰਕਰਨ ਹੈ ਉਸ ਵਿੱਚ ਉਹ ਅਰਥ ਉਸ ਤਰ੍ਹਾਂ ਹੈ। ਇੱਥੇ ਕੀ ਮੈਨੂੰ ਲੱਗਦਾ ਹੈ ਕਿ ਮਹਾਰਾਜ ਜੀ ਨੇ ਜੇ ਬਖਸ਼ਿਸ਼ ਕੀਤੀ, ਖਿੰਦਸੇ ਵਾਲਾ ਇੱਕ, ਈੜੀ ਸਿਹਾਰੀ ਕੱਕਾ ਇੱਕ ਪਾਉਂਦੇ, ਪਤਾ ਨਹੀਂ ਕਿ ਅਰਥ ਕਰਨ ਵਾਲੇ ਸੱਜਣ ਕਿਸ ਢੰਗ ਨਾਲ ਇਹਦੇ ਅਰਥ ਕਰਦੇ। ਸਿਆਣੇ ਕਹਿੰਦੇ ਸ਼ਬਦ ਅਰਥ ਬਦਲ ਜਾਂਦਾ ਹੈ, ਪਰ ਮਹਿਤ ਪੜਨ ਵਾਲੇ ਕਹਿੰਦੇ ਅੰਕ ਕਦੀ ਅਰਥ ਨਹੀਂ ਬਦਲਦਾ ਹੁੰਦਾ, ਅੰਕ ਨੇ ਅਰਥ ਨਹੀਂ ਬਦਲਨੇ। ਸਤਿਗੁਰਾਂ ਨੇ ਇੱਥੇ ਇੱਕ ਲਿਖ ਦਿੱਤਾ, ਇਹਦਾ ਮਤਲਬ ਕੋਈ ਦੂਜਾ ਨਹੀਂ। ਇੱਕ ਹੋਰ ਮੈਂ ਬੇਨਤੀ ਕਰਾਂ, ਉਸ ਇੱਕ ਵਰਗਾ ਕੋਈ ਨਹੀਂ, ਸਿਰਫ ਇੱਕੋ ਹੈ। ਮਹਾਰਾਜ ਜੀ ਨੇ ਤਾਂ ਹੀ ਬਾਣੀ ਚ ਕਿਹਾ ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ, ਬਚਨ ਕਰ ਰਿਹਾ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਸਰਬ ਵਿਆਪਕ ਹੈ। ਤੇ ਉਸ ਦੀ ਪ੍ਰਾਪਤੀ ਦਾ ਜਿਹੜਾ ਵਸੀਲਾ ਹੈ ਉਹ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਮਿਹਰ ਨਾਲ, ਸਤਿਗੁਰਾਂ ਦੀ ਨਦਰ ਨਾਲ, ਸਤਿਗੁਰਾਂ ਦੀ ਦਿਆਲਤਾ ਨਾਲ ਪਾਰ ਬ੍ਰਹਮ ਪਰਮੇਸ਼ਵਰ ਜੀ ਮਿਲਦੇ ਹਨ। ਸਗਲ ਬਨਸਪਤ ਮਹਿ ਬੈ ਸੰਤਰ। ਹੁਣ ਸਤਿਗੁਰੂ ਜੀ ਪਰਮਾਤਮਾ ਦੀ ਸਰਬ ਵਿਆਪਕਤਾ ਲਈ ਵੀ ਉਹ ਸਾਰਿਆਂ ਥਾਵਾਂ ਤੇ ਬਿਰਾਜਮਾਨ ਨੇ। ਇੱਥੇ ਫਿਰ ਸਾਨੂੰ ਇੱਕ ਉਦਾਹਰਨ ਦਿੰਦੇ ਪਏ ਆ। ਪਹਿਲਾ ਬਚਨ ਹੈ ਸਗਲ ਬਨਸਪਤ ਮਹਿ ਬੈ ਸੰਤਰ। ਸਗਲ ਦਾ ਅਰਥ ਹੈ ਸਾਰੀ, ਬਨਸਪਤੀ ਦਾ ਅਰਥ ਕਰਾਂਗੇ ਬਨਾਸਪਤੀ, ਜੰਗਲ, ਲੱਕੜ ਕਹਿ ਲੋ। ਉਂਝ ਬਨਸਪਤ ਦਾ ਅਰਥ ਸਾਰੀ ਬਨਾਸਪਤੀ। ਇਹਦੇ ਵੀ ਯਾਦ ਰੱਖਿਓ ਕੱਲੇ ਉੱਚੇ ਰੁੱਖ ਨਹੀਂ, ਇੱਕ ਨਿੱਕੇ ਜਿਹੇ ਘਾਹ ਦੇ ਤਿਣਕੇ ਤੋਂ ਲੈ ਕੇ ਵੱਡੇ ਤੋਂ ਵੱਡੇ ਜਿਹੜੇ ਰੁੱਖ ਨੇ, ਜਿੰਨੀ ਵੀ ਬਨਾਸਪਤੀ ਹੈ, ਇੱਕ ਘਾਹ ਦਾ ਤੀਲਾ, ਇੱਕ ਚੀਲ ਦਾ ਬਹੁਤ ਉੱਚਾ ਰੁੱਖ, ਸਾਰੇ ਬਨਾਸਪਤੀ ਵਿੱਚ, ਸਾਰੀ ਬਨਸਪਤ ਵਿੱਚ ਸਤਿਗੁਰੂ ਕਹਿੰਦੇ ਜਿਸ ਵੀ ਪੇਡੇ ਨੂੰ ਦੇਖੋਗੇ ਹਰ ਇੱਕ ਦੇ ਅੰਦਰ ਅੱਗ ਸਮਾਈ ਹੋਈ ਹੈ। ਯਾਦ ਰੱਖਿਓ ਪੇਡਿਆਂ ਦਾ ਰੰਗ, ਇਹ ਸ਼ਕਲ ਵੱਖਰੀ ਹੋ ਸਕਦੀ ਪੱਤਿਆਂ ਦੀ, ਇਹਨਾਂ ਦੇ ਉਚਾਈ, ਮੋਟਾਈ, ਲੰਬਾਈ, ਇਹ ਕੱਦ ਕਾਠ ਵੱਖ ਹੋ ਸਕਦਾ ਹੈ, ਪਰ ਇੱਕ ਗੱਲ ਸਾਰਿਆਂ ਪੇਡਿਆਂ ਦੀ ਸਾਂਝੀ ਹੈ। ਕੋਈ ਸੁਗੰਧੀ ਵਾਲਾ ਹੋ ਸਕਦਾ ਹੈ, ਕੋਈ ਜ਼ਹਿਰ ਵਾਲਾ ਹੋ ਸਕਦਾ ਹੈ। ਸੱਚ ਇਹ ਵੇ ਕਿਸੇ ਦੇ ਸੇਵਨ ਕਰਨ ਨਾਲ ਬੰਦੇ ਦੀ ਮੱਤ ਵੀ ਮਰ ਸਕਦੀ ਹੈ, ਕਿਸੇ ਦੇ ਸੇਵਨ ਜੜੀ ਬੂਟੀ ਨਾਲ ਬੰਦਾ ਬਚ ਵੀ ਸਕਦਾ ਹੈ। ਘਾਹ ਦੇ ਤਿਣਕੇ, ਰੁੱਖ, ਝਾੜੀਆਂ, ਕੰਡੇ, ਫੁੱਲ, ਜੋ ਕੁਝ ਵੀ ਬਨਾਸਪਤੀ ਬਣਾਈ ਹੈ ਪ੍ਰਮਾਤਮਾ ਨੇ, ਸਾਰੀ ਬਨਾਸਪਤੀ ਵਿੱਚ ਇੱਕ ਗੱਲ ਸਾਂਝੀ ਹੈ। ਮੈਂ ਇਸ ਨੂੰ ਫਿਰ ਰਿਪੀਟ ਕਰਾਂਗਾ। ਟਾਹਲੀ ਦੇ ਪੱਤੇ ਵੱਖਰੇ ਆ ਸਮਝਣ ਲਈ, ਪਿੱਪਲ ਦੇ ਪੱਤੇ ਵੱਖਰੇ ਆ, ਕਿੱਕਰ ਦੇ ਪੱਤੇ ਵੱਖਰੇ ਆ, ਤੂਤ ਦੇ ਪੱਤੇ ਵੱਖਰੇ ਆ, ਆਪਾਂ ਸਫੇਦਾ ਦੇਖਦੇ ਹਾਂ ਉਹਦੇ ਪੱਤੇ ਵੱਖਰੇ ਆ, ਪਾਪੂਲਰ ਦੇ ਪੱਤੇ ਵੱਖਰੇ ਆ। ਇਹ ਵੱਖਰੀਆਂ ਵੱਖਰੀਆਂ ਬਣਗੀਆਂ ਨੇ ਜੀ, ਪਰ ਇੱਕ ਗੱਲ ਸਾਰੀ ਬਨਾਸਪਤੀ ਵਿੱਚ ਸਾਂਝੀ ਹੈ ਕਿ ਅੱਗ ਸਾਰਿਆਂ ਵਿੱਚ ਰਹਿੰਦੀ ਹੈ। ਜੇ ਲੱਕੜ ਹੈ ਟਾਹਲੀ ਦੀ, ਉਹਦੇ ਵਿੱਚ ਵੀ ਅੱਗ ਹੈ। ਜੇ ਚੰਦਨ ਦੀ ਲੱਕੜ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਕਿੱਕਰ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਪਿੱਪਲ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਅਰਿੰਡ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਬੋੜ ਹੈ ਤੇ ਉਹਦੇ ਵਿੱਚ ਵੀ ਅੱਗ ਹੈ। ਜੇ ਕਾਨੇ ਖਲੋਤੇ ਨੇ ਉਹਦੇ ਵਿੱਚ ਵੀ ਅੱਗ ਹੈ। ਜੇ ਸਰਕੜਾ ਖਲੋਤਾ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਦੱਬ ਹੈ ਉਹਦੇ ਵਿੱਚ ਵੀ ਅੱਗ ਹੈ। ਜੇ ਪਪੋਲੀ ਹੈ ਉਹਦੇ ਵਿੱਚ ਵੀ ਅੱਗ ਹੈ। ਚੇਤੇ ਰੱਖਿਓ ਜੇ ਪੁੱਠ ਕੰਡਾ ਹੈ ਤੇ ਅੱਗ ਉਹਦੇ ਵਿੱਚ ਵੀ ਹੈਗੀ। ਮੈਂ ਸਿਰਫ ਇੱਕ ਬੇਨਤੀ ਕੀਤੀ, ਜੋ ਕੁਝ ਰਚਿਆ ਹੈ ਨਾ, ਕਿੰਨੇ ਕੁ ਲਫ਼ਜ਼ ਆਪਾਂ ਬਨਾਸਪਤੀ ਲਈ ਵਰਤ ਸਕਾਂਗੇ। ਮੇਰੀ ਫਿਰ ਬੇਨਤੀ ਸੁਣਿਓ, ਹਰ ਰੁੱਖ ਦੀ ਤਸਵੀਰ ਵੱਖਰੀ ਹੋ ਸਕਦੀ ਹੈ, ਪੱਤਿਆਂ ਦੀ ਸੁਗੰਧੀ ਵੱਖਰੀ ਹੋ ਸਕਦੀ ਹੈ, ਪਰ ਇੱਕ ਗੱਲ ਸਾਰੀ ਬਨਾਸਪਤੀ ਦੀ ਸਾਂਝੀ ਹੈ ਜੀ, ਕੋਈ ਰੁੱਖ ਐਸਾ ਨਹੀਂ ਜਿਹਦੇ ਵਿੱਚ ਪ੍ਰਮਾਤਮਾ ਨੇ ਅੱਗ ਨਾ ਪੈਦਾ ਕੀਤੀ ਹੋਵੇ। ਸਗਲ ਬਨਸਪਤ ਮਾਹਿ ਬੈਸੰਤਰ, ਸਾਰੀ ਬਨਾਸਪਤੀ ਦੇ ਵਿੱਚ ਕਰਤਾਰ ਨੇ
ਅੱਗ ਪੈਦਾ ਕੀਤੀ ਹੈ। ਸਗਲ ਦੂਧ ਮਹਿ ਘੀਆ। ਹੁਣ ਜਿੰਨੇ ਪ੍ਰਕਾਰ ਦਾ ਮਰਜ਼ੀ ਦੁੱਧ ਹੋਵੇ, ਘੱਟ ਨਿਕਲੇ ਵੱਧ ਨਿਕਲੇ, ਪਰ ਦੁੱਧ ਦੇ ਵਿੱਚੋਂ ਘਿਓ ਤਾਂ ਨਹੀਂ ਨਿਕਲਣਾ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਘੀਆ। ਸਾਰਿਆਂ ਦੁੱਧ ਦੇ ਵਿੱਚ ਘਿਓ ਹੈ, ਤੇ ਸਾਰੀਆਂ ਬਨਸਪਤੀ ਦੀਆਂ ਜਿਹੜੀਆਂ ਵਣਗੀਆਂ ਨੇ ਉਹਦੇ ਵਿੱਚ ਅੱਗ ਮੌਜੂਦ ਹੈ। ਊਚ ਨੀਚ ਮਹਿ ਜੋਤ ਸਮਾਣੀ। ਊਚ ਨੀਚ ਮੈਂ ਜੋਤ ਸਮਾਣੀ। ਭਾਵੇਂ ਕੋਈ ਬੰਦਾ ਬਹੁਤ ਉੱਚਾ ਹੋਵੇ, ਤੇ ਭਾਵੇਂ ਪਿਆਰਿਓ ਸੱਚ ਇਹ ਵੀ ਬੰਦਾ ਅਤ ਦਾ ਨੀਚ ਹੋਵੇ। ਇਸ ਗੱਲ ਨੂੰ ਅੱਜ ਥੋੜਾ ਜਿਹਾ ਧਿਆਨ ਨਾਲ ਦਿਲ ਖੋਲ ਕੇ ਆਪਾਂ ਕਰੀਏ ਗੱਲ, ਸੰਕੀਰਨਤਾ ਚ ਨਹੀਂ ਜੀ। ਚਾਹੇ ਕੋਈ ਉੱਚਾ ਹੈ ਤੇ ਭਾਵੇਂ ਕੋਈ ਬਿਲਕੁਲ ਨੀਵੇਂ ਕਿਰਦਾਰ ਵਾਲਾ ਹੈ, ਸਾਰਿਆਂ ਦੇ ਵਿੱਚ ਜੋਤ ਸਮਾਈ ਹੈ। ਜੇ ਚੰਦਨ ਸੁਗੰਧੀ ਦਿੰਦਾ ਤੇ ਜੋਤ ਉਹਦੇ ਵਿੱਚ ਵੀ ਹੈ, ਇਹ ਅੱਗ ਉਹਦੇ ਵਿੱਚ ਵੀ ਹੈ। ਤੇ ਗੁਰਮੁਖੋ ਚੇਤੇ ਰੱਖਿਓ, ਜੇ ਕਿੱਕਰ ਦੀਆਂ ਸੂਲਾਂ ਦੁੱਖ ਦਿੰਦੀਆਂ ਨੇ ਤੇ ਅੱਗ ਉਹਦੇ ਵਿੱਚ ਵੀ ਹੈ। ਫਿਰ ਅਰਿੰਦ ਵਿੱਚ ਵੀ ਅੱਗ ਹੈ, ਚੰਦਨ ਵਿੱਚ ਵੀ ਅੱਗ ਹੈ। ਹਰ ਇੱਕ ਰੁੱਖ ਜਿਹੜੀ ਬਨਾਸਪਤੀ ਹੈ, ਕੋਈ ਰੁੱਖ ਉੱਚਾ ਹੈ, ਕੋਈ ਨੀਵਾਂ ਹੈ, ਕਿਸੇ ਦੀ ਤਸੀਰ ਚੰਗੀ, ਕਿਸੇ ਦੀ ਮੰਦੀ, ਕਿਸੇ ਦੇ ਪੱਤਿਆਂ ਵਿੱਚੋਂ ਬਦਬੂ ਆਉਂਦੀ ਹੈ, ਕਿਸੇ ਦੇ ਪੱਤਿਆਂ ਵਿੱਚੋਂ ਸੁਗੰਧੀ ਆਉਂਦੀ ਹੈ। ਇਹ ਵੱਖਰੀ ਤਸੀਰ ਹੋ ਸਕਦੀ ਹੈ, ਪਰ ਅੱਗ ਸਾਰਿਆਂ ਵਿੱਚ ਇੱਕ ਹੋਵੇਗੀ। ਕੋਈ ਬੰਦਾ ਉੱਚਾ ਹੋ ਸਕਦਾ ਹੈ, ਕੋਈ ਬੰਦਾ ਕਿਰਦਾਰ ਕਰਕੇ ਨੀਵਾਂ ਹੋ ਸਕਦਾ ਹੈ, ਪਰ ਮਹਾਰਾਜ ਕਹਿੰਦੇ ਆ ਕਿ ਜਿਵੇਂ ਲੱਕੜ ਦੇ ਵਿੱਚ ਬਨਾਸਪਤੀ ਵਿੱਚ ਅੱਗ ਹੈ, ਦੁੱਧ ਵਿੱਚ ਘਿਓ ਹੈ, ਇਸੇ ਤਰ੍ਹਾਂ ਉੱਚੇ ਨੀਵੇਂ ਜਿੰਨੇ ਵੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਘਾਟ ਘਾਟ ਮਾਧੋ ਜੀਆ। ਊਚ ਨੀਚ ਮੈਂ ਜੋਤ ਸਮਾਣੀ। ਉੱਚਾ ਨੀਵਿਆਂ ਵਿੱਚ ਉਹਦੀ ਜੋਤ ਸਮਾਈ ਹੈ, ਉਹੀ ਪ੍ਰਕਾਸ਼ਮਾਨ ਹੈ। ਘਟ ਘਟ ਮਾਧੋ ਜੀਆ। ਮਾਧੋ ਦਾ ਅਰਥ ਮਾਧ ਮਾਇਆ ਦਾ ਪਤੀ, ਅਕਾਲ ਪੁਰਖ ਵਾਹਿਗੁਰੂ ਜੀ। ਤੇ ਮਹਾਰਾਜ ਕਹਿੰਦੇ ਘਟ ਦਾ ਅਰਥ ਹਿਰਦਾ, ਜੀਆਂ ਦਾ ਅਰਥ ਜੀਵਾਂ ਦਾ। ਇਹਦਾ ਮਤਲਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਜਿਵੇਂ ਲੱਕੜ ਵਿੱਚ ਅੱਗ, ਦੁੱਧ ਵਿੱਚ ਘਿਓ, ਕੋਈ ਉੱਚਾ ਕੋਈ ਨੀਵਾਂ, ਸਾਰਿਆਂ ਵਿੱਚ ਉਹਦੀ ਜੋਤ ਹੈ। ਤੇ ਮਹਾਰਾਜ ਕਹਿੰਦੇ ਘਟ ਘਟ ਮਾਧੋ ਜੀਆ। ਭਾਈ ਇਹ ਜੀਵਾਂ ਦੇ ਹਰ ਘਟ ਵਿੱਚ, ਹਰ ਹਿਰਦੇ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਆਪਣਾ ਨਿਵਾਸ ਹੈ। ਸਾਧ ਸੰਗਤ ਜੀ, ਇਹ ਸਨ ਪਹਿਲੀਆਂ ਦੋ ਤੁਕਾਂ, ਕਿਉਂਕਿ ਸਾਰੇ ਸ਼ਬਦ ਦਾ ਪ੍ਰਕਰਨ ਤਾਂ ਇੱਕੋ। ਆਪ ਨੂੰ ਇੱਕ ਅਰਜ਼ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਹਿਲੀ ਗੱਲ ਤੇ ਇਹ ਸਿੱਧ ਕਰਨ ਦਾ ਯਤਨ ਨਹੀਂ ਕੀਤਾ ਵੀ ਇਹ ਸਿੱਧ ਕਰੋ ਪ੍ਰਮਾਤਮਾ ਹੈ। ਮੇਰੇ ਮਨ 'ਚ ਜਾ ਰਿਹਾ ਸੀ ਸਿੱਧ ਕਰੋ ਆ ਜ਼ਰੂਰ ਸਿੱਧ ਕੀਤਾ ਜਾ ਰਿਹਾ ਵੀ ਸਾਰੀਆਂ ਥਾਵਾਂ ਤੇ ਉਹਦੀ ਜੋਤ ਹੈ। ਇਹ ਸਿੱਧ ਕਰੋ ਵੀ ਪ੍ਰਮਾਤਮਾ ਆਮ ਤੌਰ ਤੇ ਤਰਕ ਕਰਨ ਵਾਲੇ ਬੰਦੇ ਖਿਮਾ ਕਰਦੇ ਆ, ਜੇ ਕਈ ਅਨਮਤਾਂ ਵਾਲੇ ਵੀ ਇਹ ਤੇ ਕਟਾਕਸ਼ ਕਰਦੇ ਨੇ, ਉਹ ਸਿੱਧ ਵੀ ਕਰਦੇ ਆ ਪਰਮਾਤਮਾ ਨਹੀਂ, ਬ੍ਰਹਮ ਨਹੀਂ, ਜਾਂ ਵਾਹਿਗੁਰੂ ਕਹਿੰਦੇ ਹੋ ਨਹੀਂ। ਪਰ ਇੱਕ ਆਪ ਜੀ ਯਾਦ ਰੱਖਿਓ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨਾਂ ਨੇ, ਜਿਤਨੇ ਬਾਣੀਕਾਰ ਨੇ, ਕਿਸੇ ਨੇ ਇਹ ਵਿਰੋਧੀ ਸ਼ਬਦ ਲਿਆ ਹੀ ਨਹੀਂ ਕਿ ਪਰਮਾਤਮਾ ਨਹੀਂ। ਫਿਰ ਅਰਜ ਇਹ ਕਿਸੇ ਸ਼ਬਦ ਵਰਤਿਆ ਜੀ ਪਰਮਾਤਮਾ ਨਹੀਂ ਨਾ। ਗੁਰੂ ਗ੍ਰੰਥ ਸਾਹਿਬ ਜੀ ਨੇ ਅੰਤਰ ਔਰ ਬਾਹਰ ਦਾ ਜ਼ਿਕਰ ਕੀਤਾ ਹੈ, ਨਿਰਲੇਪਤਾ ਦਾ ਜ਼ਿਕਰ ਕੀਤਾ ਹੈ। ਇੱਕ ਹੋਰ ਬੇਨਤੀ ਕਿ ਜਿਸ ਨੂੰ ਸਤਿਗੁਰੂ ਬਾਣੀ 'ਚ ਸ਼ਬਦ ਕਹਿ ਰਿਹਾ ਵੀ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਤੇ ਕੀ ਉਹਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ ਕਿ ਨਹੀਂ? ਇਸ ਕਰਕੇ ਕਿਤੇ ਨਹੀਂ ਵਰਤਿਆ ਵੀ ਸਿੱਧ ਕਰੋ ਵੀ ਉਹ ਕਿਵੇਂ ਹੈ। ਮਹਾਰਾਜ ਜੀ ਦੇ ਅਸੀਂ ਰੋਜ਼ ਪਾਠ ਕਰਨੇ ਆ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹ ਜ਼ਾਹਰਾ ਹੈ, ਉਹ ਸਾਰੀਆਂ ਥਾਰਾਂ ਤੇ ਹਾਜ਼ਰ ਹੈ। ਜਾਂ ਅਸੀਂ ਸਤਿਗੁਰਾਂ ਦਾ ਇੱਕ ਬਚਨ ਪੜ੍ਹਨੇ ਆ, ਵੇਦ ਕਤੇਬ ਸੰਸਾਰ ਹਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ। ਇਹ ਸ਼ਬਦ ਵਰਤਿਆ ਜੀ। ਪਰਮਾਤਮਾ ਵਾਹਿਗੁਰੂ ਜਿਹੜਾ ਉਹ ਜ਼ਾਹਰਾ ਹੈ, ਇਹ ਨਹੀਂ ਕਿਹਾ ਵੀ ਉਹ ਨਹੀਂ। ਇਹ ਗੱਲ ਹੋਰ ਜੀ, ਜਦੋਂ ਅਸੀਂ ਜਪਜੀ ਸਾਹਿਬ ਦਾ ਆਰੰਭ ਕਰਨੇ ਆ, ਅਸੀਂ ਜਪ ਸਾਹਿਬ ਦਾ ਪਾਠ ਸ਼ੁਰੂ ਕਰਨੇ ਆ, ਤੇ ਸਤਿਗੁਰਾਂ ਨੇ ਜਿਹੜੀ ਪਹਿਲੀ ਸ਼ੁਰੂਆਤ ਕੀਤੀ ਹੈ ਨਾ ਜੀ, ਉਹ ਇੰਨੇ ਵੱਡੇ ਵਿਸ਼ਵਾਸ ਤੋਂ, ਇੰਨੇ ਵੱਡੇ ਫੇਥ ਤੋਂ, ਇੰਨੇ ਵੱਡੇ ਭਰੋਸੇ ਤੋਂ ਕੀਤੀ ਹੈ। ਮੇਰਾ ਖਿਆਲ ਇਹਨਾਂ ਚਾਰ ਬਚਨਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਨੂੰ ਸਮਝ ਪੈ ਜਾਣੀ ਚਾਹੀਦੀ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਕਿਤੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਪਰਮਾਤਮਾ ਦੀ ਕੋਈ ਹੋਂਦ ਨਹੀਂ। ਮੈਂ ਇਹ ਸਪਸ਼ਟ ਕਰਾਂ,
ਅਸੀਂ ਆਰੰਭ ਚ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਇਹ 4 ਬਚਨ ਮੈਂ ਆਪ ਨੂੰ ਕਹੇ ਨੇ, 3 ਨਹੀਂ ਕਹੇ। ਕਾਲ ਭਾਵੇਂ 3 ਨੇ, ਅਸੀਂ ਕਹਿੰਦੇ ਹਾਂ ਭੂਤ ਭਵਿੱਖ ਤੇ ਭਵਾਨ, ਪਰ ਇੱਥੇ ਸਤਿਗੁਰਾਂ ਨੇ 4 ਬਚਨ ਕਹੇ। ਤੇ ਇਸ ਬਚਨ ਨੂੰ ਪੜ੍ਹ ਕੇ ਮੈਂ ਬੇਨਤੀ ਕਰਾਂਗਾ ਗੁਰਮੁਖੋ, ਬਸ ਇੰਨਾ ਭਰੋਸਾ ਕਰ ਲਈਏ, ਇਹ ਸਤਿਗੁਰੂ ਸਾਹਿਬਾਨ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਇੱਕ ਵਾਰ ਇੱਕ ਚਰਚਾ ਹੋਈ, ਜਿਹਨੂੰ ਗੋਸ਼ਟੀ ਕਹਿ ਸਕਦੇ ਹੋ। ਮੈਨੂੰ ਬਹੁਤ ਸਮਾਂ ਪਹਿਲਾਂ ਯਾਦ ਹੈ, ਭਾਈ ਅਵਤਾਰ ਸਿੰਘ ਜੀ, ਭਾਈ ਗੁਰਚਰਨ ਸਿੰਘ ਜੀ ਕੀਰਤਨੀਏ, ਜਿਨ੍ਹਾਂ ਦੇ ਪਿਤਾ ਭਾਈ ਜਵਾਲਾ ਸਿੰਘ ਜੀ ਬਹੁਤ ਪਿਆਰਾ ਕੀਰਤਨ ਕਰਦੇ ਸਨ ਜੀ। ਕਲਾਸੀਕਲ ਆਪ ਸੰਗਤਾਂ ਸੁਣਿਆ ਹੋਣਾ ਜੀ। ਭਾਈ ਗੁਰਚਰਨ ਸਿੰਘ ਜੀ ਨੇ ਆਪਣਾ ਤਖੱਲਸ ਸੀ ਉਹਨਾਂ ਦਾ ਕਮਲ, ਉਹਨਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ, ਰਾਗ ਸੰਬੰਧੀ ਵੀ, ਕੁਝ ਚੁਗਿਰਦੇ ਚ ਵਾਪਰੀਆਂ ਘਟਨਾਵਾਂ ਵੀ। ਉਹਨਾਂ ਨੇ ਇੱਕ ਗੋਸ਼ਟੀ ਦਾ ਜ਼ਿਕਰ ਕੀਤਾ। ਉਹ ਕਹਿੰਦੇ ਇੱਕ ਵਾਰੀ ਇੱਕ ਗੋਸ਼ਟੀ ਹੋਈ, ਚਲੋ ਮੈਂ ਉਸ ਵਿਦਵਾਨ ਸੱਦਣ ਦਾ ਜ਼ਿਕਰ ਨਹੀਂ ਕਰਾਂਗਾ। ਕਹਿੰਦੇ ਉਸ ਨੂੰ ਪਹਿਲੇ ਦਿਨ ਇਹ ਸਿੱਧ ਕਰਨਾ ਸੀ ਜੀ ਕਿ ਪ੍ਰਮਾਤਮਾ ਹੈ, ਪਰਮੇਸ਼ਵਰ ਹੈ। ਕਹਿੰਦੇ ਉਸ ਨੇ ਇੰਨੀ ਸਪੀਚ ਕਮਾਲ ਦੀ ਦਿੱਤੀ ਕਿ ਉਹਨੇ 1.5-2 ਘੰਟਾ ਲਾ ਕੇ ਬਿਲਕੁਲ ਨਿਸ਼ਾ ਕਰਾਤੀ ਲੋਕਾਂ ਦੀ, ਐ ਤਸੱਲੀ ਕਰਾਤੀ ਵੀ ਪ੍ਰਮਾਤਮਾ ਹੈ। ਇਹਨੇ ਸਬੂਤ ਦਿੱਤੇ ਬਾਹਰ ਦੇ ਸੰਸਾਰ ਵਿੱਚੋਂ, ਧਰਮ ਗ੍ਰੰਥਾਂ ਵਿੱਚੋਂ ਕਿ ਪ੍ਰਮਾਤਮਾ ਹੈ। ਸਾਰੇ ਆਸ਼ਿਸ਼ ਕਰ ਉੱਠੇ। ਹੁਣ ਦੂਜੇ ਦਿਨ ਉਹਨੂੰ ਸਬਜੈਕਟ ਦਿੱਤਾ ਗਿਆ ਵੀ ਇਹ ਸਿੱਧ ਕਰਨਾ ਵੀ ਪ੍ਰਮਾਤਮਾ ਨਹੀਂ। ਉਹਨੇ ਦੂਜੇ ਦਿਨ ਜੀ ਉਹ ਸਿੱਧ ਕਰਤਾ, ਕਿਉਂਕਿ ਉਹਦੇ ਕੋਲ ਗਿਆਨ ਬਹੁਤ ਸੀ। ਉਹਨੇ ਬਸ ਜੀ ਜਿੱਦ ਕੱਲ ਪਹਿਲਾਂ ਸਿੱਧ ਕੀਤਾ ਹੈ, ਦੂਜੇ ਦਿਨ ਉਹਨੇ ਦਲੀਲਾਂ ਦੇ ਦੇ ਕੇ ਕਮਾਲ ਕਰ ਦਿੱਤੀ ਵੀ ਨਹੀਂ। ਅਖੀਰ ਤੇ ਸੀ ਕੋਈ ਸਵਾਲ ਕਰ ਸਕਦਾ ਹੈ ਕਿ ਜਿਹੜਾ ਤਰਕ ਜਾਂ ਦਲੀਲ ਇਹਨਾਂ ਦਿੱਤੀ ਹੈ ਵੀ ਬ੍ਰਹਮ ਨਹੀਂ, ਪ੍ਰਮਾਤਮਾ ਨਹੀਂ। ਕਹਿੰਦੇ ਉਸ ਵਿੱਚ ਗੋਸ਼ਟੀ 'ਚ ਇੱਕ ਬਜ਼ੁਰਗ ਬੈਠੇ ਸਨ, ਨਿਹੰਗ ਸਿੰਘ, ਉੱਠ ਕੇ ਖੜੇ ਹੋ ਗਏ ਤੇ ਬੜੇ ਪ੍ਰੇਮ ਵਾਲਾ ਹਿਰਦਾ ਕਹਿ ਸਕਣਾ ਜੀ, ਐ ਲਬਾਲਬ ਗੁਰੂ ਪ੍ਰੇਮ 'ਚ ਭਿੱਜੇ ਹੋਏ, ਭਰੇ ਹੋਏ। ਉਹ ਕਹਿੰਦੇ ਨੇ ਵੀ ਭਾਈ ਸਾਹਿਬ ਜੀ, ਮੈਂ ਇੱਕ ਪ੍ਰਸ਼ਨ ਕਰਨਾ ਤੁਹਾਨੂੰ। ਕੱਲ ਤੁਸੀਂ ਸਿੱਧ ਕੀਤਾ ਹੈ, ਅੱਜ ਸਿੱਧ ਕੀਤਾ ਨਹੀਂ, ਪਰ ਕਹਿੰਦੇ ਮੇਰਾ ਇੱਕ ਸਵਾਲ ਹੈ ਤੁਹਾਨੂੰ, ਤੁਹਾਡੇ ਪਿਤਾ ਜੀ ਕੌਣ ਨੇ? ਉਹਨਾਂ ਜੀ ਹਾਜ਼ਰ ਜਵਾਬ ਸਨ, ਨਾਲ ਹੀ ਆਪਣੇ ਪਿਤਾ ਜੀ ਦਾ ਨਾਮ ਲੈ ਦਿੱਤਾ। ਕਹਿਣ ਲੱਗੇ ਤੁਹਾਡੇ ਕੋਲ ਕੀ ਪ੍ਰੂਫ ਹੈ ਤੁਹਾਡੇ ਹੀ ਬਾਪ ਹੈ? ਤੁਹਾਡੇ ਕੋਲ ਕਿਹੜੀ ਦਲੀਲ ਹੈ ਤੁਹਾਡੇ ਹੀ ਪਿਤਾ ਜੀ ਨੇ? ਜੋ DNA ਦੀ ਗੱਲ ਨਹੀਂ ਸੀ ਉਹ ਕਰ ਰਹੇ ਵੀ ਇਹ ਤੁਹਾਡੇ ਹੀ ਬਾਪ ਨੇ। ਉਹ ਏਡੇ ਸਿਆਣੇ ਸਨ ਵਿਦਵਾਨ, ਉਹਨਾਂ ਕਿਹਾ ਜੀ ਮੇਰੇ ਕੋਲ ਸਭ ਤੋਂ ਵੱਡਾ ਪ੍ਰਮਾਣ ਹੈ ਮੇਰੀ ਮਾਂ। ਮੇਰੀ ਅੰਮਾ ਨੂੰ, ਮੇਰੀ ਮਾਂ ਨੂੰ ਪਤਾ ਮੈਂ ਕਿਸ ਦਾ ਬੱਚਾ ਹਾਂ। ਜੇ ਮੈਨੂੰ ਸਮਝ ਨਹੀਂ, ਪਰ ਮੇਰੀ ਮਾਂ ਨੂੰ ਤਾਂ ਪਤਾ ਹੈ ਨਾ ਵੀ ਮੈਂ ਬੱਚਾ ਪੁੱਤਰ ਕਿਸ ਦਾ ਵਾਂ। ਇਹ ਮੇਰਾ ਬਾਪ ਹੈ, ਮਾਂ ਨੇ ਦੱਸਿਆ ਤੇਰਾ ਬਾਪ ਹੈ। ਕਹਿੰਦੇ ਉਸ ਸਿੰਘ ਦੇ ਅੱਖਾਂ ਭਰੀਆਂ। ਕਹਿੰਦਾ ਗੁਰਮੁਖਾ, ਇਹੋ ਜਿਹੀਆਂ ਵਿਚਾਰਾਂ ਨਾ ਹੀ ਕਰਿਆ ਕਰੀਏ। ਕਹਿੰਦੇ ਯਾਦ ਰੱਖ, ਤੂੰ ਏਡਾ ਵੱਡਾ ਜ਼ਿੰਦਗੀ ਦਾ ਫੈਸਲਾ ਬਲਾਈਂਡ ਫੇਥ ਤੇ ਕੀਤਾ। ਆਪਣੀ ਮਾਂ ਦੇ ਗੱਲ ਤੇ ਭਰੋਸਾ ਕੀਤੇ, ਤੂੰ ਕਿਸੇ ਨੂੰ ਪੁੱਛਿਆ ਨਹੀਂ ਕਿ ਸਿੱਧ ਕਰੋ ਇਹੀ ਮੇਰਾ ਬਾਪ ਹੈ। ਸਿਰਫ ਤੇਰੀ ਮਾਂ ਨੇ ਕਿਹਾ ਪੁੱਤ ਇਹ ਤੇਰਾ ਬਾਪ ਹੈ, ਤੇਰੇ ਪਿਤਾ ਜੀ ਨੇ। ਤੂੰ ਅੱਜ ਤੱਕ ਮੰਨੀ ਜਾ ਰਿਹਾ ਮੇਰੇ ਬਾਪ ਇਹ ਨੇ। ਕਹਿੰਦੇ ਹਾਂ ਜੀ ਇਹ ਤੇ ਫੇਥ ਹੀ ਹੈ। ਵਿਦਵਾਨ ਨੇ ਕਿਹਾ ਇਹ ਫੇਥ ਹੈ। ਉਸ ਬਜ਼ੁਰਗ ਨਿਹੰਗ ਸਿੰਘ ਨੇ ਕਿਹਾ ਭਾਈ ਜੀ, ਇੱਕ ਮਾਂ ਦੀ ਗੱਲ ਤੇ ਭਰੋਸਾ ਕਰਕੇ ਤੂੰ ਕੋਈ ਸ਼ੱਕ ਨਹੀਂ ਪੈਦਾ ਕਰ ਰਿਹਾ, ਕੋਈ ਤਰਕ ਨਹੀਂ ਕਰ ਰਿਹਾ। ਤੂੰ ਪਿਤਾ ਜੀ, ਬਾਪੂ ਜੀ ਕਹਿ ਕੇ ਕਿੰਨੇ ਸਾਲ ਹੋ ਗਏ ਉਸ ਸ਼ਖਸੀਅਤ ਨੂੰ, ਉਸ ਸ਼ਖਸ ਨੂੰ ਤੂੰ ਬਾਪ ਪਿਤਾ ਕਹਿ ਰਿਹਾ ਹੈ। ਕਹਿਣ ਲੱਗੇ ਇੱਕ ਮਾਂ ਦੀ ਗੱਲ ਤੇ ਭਰੋਸਾ ਕਰ ਲਿਆ, ਇਹ ਤੇਰਾ ਬਾਪ ਹੈ। ਗੁਰੂ ਨਾਨਕ ਸਾਹਿਬ ਮੇਰੇ ਮੁਰਸ਼ਿਦ ਨੇ ਜਦੋਂ ਉਹਨਾਂ ਪਹਿਲਾ ਹੀ ਬਚਨ ਨੇ ਕਹਿ ਦਿੱਤਾ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਫਿਰ ਸਾਨੂੰ ਤਰਕ ਹੀ ਕਰਨਾ ਨਹੀਂ ਚਾਹੀਦਾ ਰੱਬ ਹੈ ਕਿ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਇਸ ਤੁਕ ਨੂੰ ਹੁਣ ਕਈ ਬੰਦੇ ਤਰਕ ਵਾਲੇ ਮਿਲ ਜਾਂਦੇ ਨੇ ਜੀ, ਇਹ ਨਹੀਂ ਜੀ ਅਸੀਂ ਨਹੀਂ ਮੰਨਦੇ ਜੀ। ਯਾਦ ਰੱਖਿਓ, ਜਿਹੜਾ ਬੰਦਾ ਇਹ ਕਹਿੰਦਾ ਵੀ ਸਿੱਧ ਕਰੋ ਰੱਬ ਨਹੀਂ, ਇਹ ਰੱਬ ਹੈ, ਸਾਨੂੰ ਸਿੱਧ ਕਰਕੇ ਦੱਸੋ, ਮੈਂ ਨਹੀਂ ਮੰਨਦਾ ਰੱਬ ਨਹੀਂ, ਹੈ ਹੀ ਨਹੀਂ ਉਹ। ਪਰ ਮੇਰੀ ਬੇਨਤੀ ਹੈ, ਇਹਨੂੰ ਅਨਪੜ੍ਹਤਾ ਨਾ ਲਿਆ ਜੇ, ਭਰੋਸੇ ਤੇ ਜੀਓ, ਸ਼ਰਧਾ ਫੇਥ ਤੇ ਜੀਓ। ਜੇ ਸਤਿਗੁਰੂ ਨੇ ਇਹ 4 ਸ਼ਬਦ ਕਹਿ ਦਿੱਤੇ, ਆਦ ਸੱਚ, ਇਹਦੇ ਤੇ ਯਕੀਨ ਕਰੋ। ਆਦ ਦਾ ਅਰਥ ਹੈ ਮੁੱਢ। ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ
ਤੇ ਸੱਚ ਇਹ ਵੀ ਉਹ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਵੀ ਸੱਚ ਹੈ। ਫਿਰ ਇਸ ਨੂੰ ਮੈਂ ਇਹ ਅਰਥ ਨਹੀਂ ਕਰਾਂਗਾ ਵੀ ਆਦ ਸੱਚ ਪਰਮਾਤਮਾ ਮੁੱਢ ਤੋਂ ਸੱਚ ਹੈ। ਇੱਥੇ ਆਦ ਦੇ ਅਰਥ ਪਰਮਾਤਮਾ ਲਈ ਨਹੀਂ ਕਰਨੇ। ਜਿੰਨੀ ਕੁ ਮੈਨੂੰ ਸਮਝ ਪਈ, ਮੈਂ ਦਾਅਵਾ ਨਹੀਂ ਕਰਦਾ। ਜੇ ਪਰਮੇਸ਼ਵਰ ਨੂੰ ਕਹਾਂਗੇ ਉਹ ਆਦ ਸੱਚ ਨੇ, ਤੇ ਫਿਰ ਆਦ ਤਾਂ ਸਮੇਂ 'ਚ ਬੰਨੇਗਾ, ਕਿਉਂਕਿ ਜਿਸ ਦਾ ਆਦ ਹੋਵੇਗਾ ਉਹਦਾ ਮੱਧ ਹੋਵੇਗਾ, ਜਿਸ ਦਾ ਮੱਧ ਹੋਵੇਗਾ ਉਹਦਾ ਅੰਤ ਹੋਵੇਗਾ। ਆਦ ਸੱਚ ਜਦੋਂ ਕੁਛ ਵੀ ਨਹੀਂ, ਪਰਮਾਤਮਾ ਜੀ ਇਸ ਸਾਰੀ ਰਚਨਾ ਤੋਂ ਪਹਿਲਾਂ ਵੀ ਸੱਚ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨ ਸਮਾਧ ਲਗਾਏਦਾ। ਇਸ ਵਰਤਾਰੇ ਤੋਂ ਪਹਿਲਾਂ ਵੀ ਸੱਚ ਨੇ। ਹੋਰ ਬੇਨਤੀ, ਜੁਗਾਦ ਸੱਚ, ਜੁਗਦਰ ਤੇ ਸਮਾਂ, ਇਸ ਸਮੇਂ ਦੀ ਗਿਣਤੀ ਮਿੰਤੀ ਤੋਂ ਉਹ ਸਮੇਂ ਤੋਂ ਪਹਿਲਾਂ ਵੀ ਸੱਚ ਹੈ। ਗੁਰਮੁਖੋ, ਜਿਹੜਾ ਸਮੇਂ ਤੋਂ ਪਹਿਲਾਂ ਸੱਚ ਹੈ ਉਹਨੂੰ ਸਮੇਂ 'ਚ ਆਪਾਂ ਬੰਨ ਲਾਂਗੇ ਜੀ। ਇਸੇ ਕਰਕੇ ਗੁਰਮਤਿ ਨੇ ਇੱਕ ਲਫ਼ਜ਼ ਦਿੱਤਾ ਜੀ, ਅਕਾਲ। ਮੇਰਾ ਖਿਆਲ ਏਡਾ ਪਿਆਰਾ ਸ਼ਬਦ ਕਿਸੇ ਹੋਰ ਧਰਮ ਕੋਲ ਹੋਵੇ, ਅਕਾਲ ਮੂਰਤ, ਅਕਾਲ ਪੁਰਖ। ਅਸੀਂ ਸਾਰੇ ਸ਼ਬਦ ਵਰਤਨੇ ਆ। ਅਕਾਲ ਦਾ ਅਰਥ ਹੈ ਜਿਹਦੇ ਉੱਤੇ ਸਮਾਂ ਨਹੀਂ ਪ੍ਰਭਾਵ ਪਾਉਂਦਾ। ਸਤਿਗੁਰੂ ਬਚਨ ਕਰ ਰਿਹਾ, ਉਹ ਆਦ ਵਿੱਚ ਵੀ ਸੱਚ ਨੇ ਸ੍ਰਿਸ਼ਟੀ ਦੇ। ਉਹ ਸਮਾਂ ਰਚਨ ਤੋਂ ਪਹਿਲਾਂ ਵੀ ਉਹ ਸੱਚ ਹੈ ਜੀ, ਉਹ ਰਚੈਤੇ ਨੇ। ਆਦ ਸੱਚ, ਜੁਗਾਦ ਸੱਚ, ਤੇ ਨਾਲ ਬਚਨ ਜੀ ਹੈ ਵੀ ਸੱਚ। ਉਹ ਅੱਜ ਵੀ ਸੱਚ ਨੇ ਜਿਹੜੇ ਆਦ ਸਨ। ਇਹ ਨਹੀਂ ਕਿ ਪਹਿਲਾਂ ਜਿਹੜਾ ਹੈ ਸੀ ਹੁਣ ਹੈ ਨਹੀਂ। ਮਹਾਰਾਜ ਕਹਿੰਦੇ ਨੇ ਹੈ ਵੀ ਸੱਚ। ਅਗਲਾ ਬਚਨ ਨਾਨਕ ਹੋਸੀ ਵੀ ਸੱਚ। ਹੁਣ ਆਓ ਇਸ ਵਿਸ਼ੇ ਵੱਲ ਆਪਾਂ ਹੋਰ ਅੱਗੇ ਤੁਰੀਏ। ਗੁਰਬਾਣੀ ਵਿੱਚੋਂ ਅਸੀਂ ਸਾਰੇ ਲੈ ਰਹੇ ਹਾਂ ਜੀ, ਪਰਮਾਤਮਾ ਜੀ ਜਿਵੇਂ ਲੱਕੜ ਵਿੱਚ ਬਨਸਪਤੀ 'ਚ ਅੱਗ ਤੇ ਦੁੱਧ ਵਿੱਚ ਘਿਓ ਹੈ, ਇਸ ਤਰ੍ਹਾਂ ਸਮਾਏ ਹੋਇਆ। ਹੁਣ ਇੱਕ ਹੋ ਕੇ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ। ਸ਼ਬਦ ਵਿੱਚ ਜੀ ਅੱਗ ਸਾਰਿਆਂ ਵਿੱਚ ਹੀ ਹੈ ਨਾ। ਕੰਡਿਆਂ ਵਾਲੀ ਝਾੜੀ ਤੋਂ ਲੈ ਕੇ ਚਲੋ ਮੈਂ ਚੰਗੇ ਰੁੱਖ ਫਲਦਾਰ ਵੀ ਗਿਣ ਦਿੱਤੇ, ਹਰ ਰੁੱਖ ਦੇ ਵਿੱਚ ਅੱਗ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੋ ਕੇ, ਪਿਆਰਿਓ ਕਰੋੜਾਂ ਬ੍ਰਹਿਮੰਡ, ਮੈਂ ਕੱਲੀ ਇਸ ਧਰਤੀ ਦੀ ਗੱਲ ਨਹੀਂ ਕਰਾਂਗਾ, ਜੋ ਕੁਝ ਉਹਨੇ ਸਿਰਜਿਆ ਹੈ, ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ ਸੱਚ ਹੈ। ਗੁਰਮੁਖੋ, ਹਰ ਇੱਕ ਥਾਂ ਤੇ ਹਰ ਇੱਕ ਜਗ੍ਹਾ ਤੇ ਉਹਨਾਂ ਦੀ ਜੋਤ ਬਿਰਾਜਮਾਨ। ਇਹੀ ਗੁਰਸਿੱਖੀ ਦੀ ਇੱਕ ਵਿਲੱਖਣਤਾ ਹੈ ਜੀ ਗੁਰਮਤਿ ਦੀ। ਗੁਰਮਤਿ ਸ਼ਬਦ ਵਰਤਾਂ ਸਾਡੇ ਕਈ ਅਨਮਤ ਵਾਲੇ ਧਰਮ ਨੇ, ਦੂਜੇ ਮਤਾਂ ਵਾਲੇ। ਕੋਈ ਤਾਂ ਕਹਿੰਦਾ ਪ੍ਰਮਾਤਮਾ ਸਿਰਫ ਆ ਮੂਰਤ ਵਿੱਚ ਹੈ, ਬਾਣੀ ਸ਼ਬਦ ਲਾਂਗਾ ਜੀ। ਦੂਸਰਾ ਕਹਿੰਦਾ ਉਹ ਪੱਛਮ ਵਾਲੇ ਪਾਸੇ ਕਬੀਰ ਸਾਹਿਬ ਦਾ ਬਚਨ ਜੀ, ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਜੇ ਸਿਰਫ ਇਹ ਕਹੋ ਜੀ ਮੱਕਾ ਜਾਂ ਮਸਜਿਦ ਸਿਰਫ ਖੁਦਾ ਦਾ ਘਰ ਇਹ ਵੇ, ਤੇ ਭਗਤ ਸਾਹਿਬ ਅੱਗੋਂ ਉੱਤਰ ਪੁੱਛ ਰਿਹਾ, ਮੈਨੂੰ ਦੱਸ ਜੇ ਪਰਮਾਤਮਾ ਨੂੰ ਇੱਕ ਚਾਰ ਦੀਵਾਰੀ ਵਿੱਚ ਤੂੰ ਸੀਮਤ ਕਰਕੇ ਕਹੇ ਸਿਰਫ ਰੱਬ ਇੱਥੇ ਹੈ, ਅੱਲਾ ਇੱਥੇ ਹੈ, ਤੇ ਜਿਹੜਾ ਮਸਜਿਦ ਤੋਂ ਬਾਹਰ ਸਾਰਾ ਵਰਤਾਰਾ ਚੱਲਦਾ ਪਿਆ ਇਹਨੂੰ ਕੌਣ ਚਲਾਉਣ ਵਾਲਾ ਹੈ। ਅੱਲਾਹ ਏਕ ਮਸੀਤ ਵਸਤ ਹੈ, ਅਵਰ ਮੁਲਕ ਕਿਸ ਕੇਰਾ। ਹਿੰਦੂ ਮੂਰਤ ਨਾਮ ਨਿਵਾਸੀ। ਇੱਕ ਨੇ ਦੂਜੇ ਨੇ ਕਹਿਤਾ ਉਹ ਪੱਥਰ ਕੀ ਮੂਰਤੀ ਬਣਾ ਦਿੱਤੀ, ਇਹ ਭਗਵਨ ਹੈ। ਮਹਾਰਾਜ ਕਹਿੰਦੇ ਨਾ, ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਾ ਘੇਰਾ। ਤਤ ਦਾ ਅਰਥ ਪਰਮਾਤਮਾ। ਦੋਨਾਂ ਦੀ ਗੱਲ ਵਿੱਚ ਮੈਨੂੰ ਤਤ ਨਹੀਂ ਲੱਗਾ। ਭਗਤ ਕਬੀਰ ਸਾਹਿਬ ਕੇ ਬਚਨ ਕਰ ਰਹੇ। ਉਹਨਾਂ ਦਾ ਇੱਕ ਹੋਰ ਬਚਨ ਜੀ, ਦੱਖਣ ਦੇਸ ਹਰੀ ਕਾ ਵਾਸਾ। ਦੱਖਣ ਵਾਲੇ ਪਾਸੇ ਜਗਨਨਾਥਪੁਰੀ ਹੈ ਨਾ ਜੀ। ਦੱਖਣ ਦੇਸ ਹਰੀ ਕਾ ਵਾਸਾ, ਪश्चिम ਪੱਛਮ ਅੱਲਾਹ ਮੁਕਾਮਾ। ਮਹਾਰਾਜ ਕਹਿੰਦੇ ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਪਿਆਰਿਆ ਤੂੰ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖ, ਬਾਹਰ ਕਿਤੇ ਨਹੀਂ। ਉਹ ਚਾਰ ਦੀਵਾਰੀ 'ਚ ਨਹੀਂ, ਉਹ ਕੇਵਲ ਮੂਰਤੀ 'ਚ ਨਹੀਂ, ਉਹ ਤੇਰੇ ਦਿਲ ਦੇ ਅੰਦਰ ਵਸਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਉਹ ਸਾਰੀਆਂ ਥਾਵਾਂ ਤੇ ਹੀ ਵਿਆਪਕ ਹੈ। ਅਗਲੀ ਬੇਨਤੀ, ਨਿੱਕੀ ਜਿਹੀ ਚੀਜ਼ ਤੋਂ ਲੈ ਕੇ ਹਰ ਇੱਕ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਕਾਲ ਉਸਤਤ ਤੋਂ ਅੱਜ ਕੁਝ ਬੇਨਤੀ ਕਰਨੀ ਹੈ। ਕਿਉਂਕਿ ਅਕਾਲ ਉਸਤਤ ਦੀ ਬਾਣੀ ਜਦੋਂ ਆਪਾਂ ਪਾਠ ਕਰਨੇ ਆ ਨਾ ਜੀ, ਸੱਚ ਇਹ ਪਰਮੇਸ਼ਵਰ ਦੀ ਸਰਬ ਵਿਆਪਕਤਾ ਦੀ ਜਿੰਨੀ ਝਲਕ ਅਕਾਲ ਉਸਤਤ ਦੀ ਬਾਣੀ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਪਾ ਦਿੱਤੀ ਨਾ ਜੀ, ਪ੍ਰਤੱਖ ਕਰ ਦਿੱਤਾ ਵੀ ਉਹ ਕਿਵੇਂ ਸਾਰੀਆਂ ਥਾਵਾਂ ਤੇ ਵਿਆਪਕ ਨੇ। ਇਹ ਥੋੜੇ ਜਿਹੇ ਬਚਨ ਅਸੀਂ ਲਾਂਗੇ। ਇੱਕ ਸਤਿਗੁਰਾਂ ਦਾ ਕਵਿਤ ਹੈ ਜੀ, ਉਸ ਵਿੱਚ 3 ਉਦਾਹਰਨਾਂ ਦਿੱਤੀਆਂ ਨੇ ਅਕਾਲ ਉਸਤਤ ਦੀ। ਇੱਕ ਹੋ ਕੇ ਉਹ ਸਾਰਿਆਂ ਵਿੱਚ ਉਹਦੀ ਖੋਜ ਕਿਵੇਂ, ਮੈਂ ਸਰਵ ਵਿਆਪਕ ਕਿਵੇਂ ਹੈ।
ਸਤਿਗੁਰਾਂ ਨੇ ਇੱਕ ਬਚਨ ਕੀਤਾ ਕਿ ਅਸੀਂ ਅੱਗ ਬਾਲਨੇ ਆਪਣੇ ਘਰਾਂ 'ਚ, ਇੱਕ ਹੋ ਕੇ ਜੜ ਤੇ ਚੇਤਨ ਵਿੱਚ ਕਿਵੇਂ ਕੋ ਸਮਾਇਆ ਹੋਇਆ। ਅੱਗ ਬਾਲਨੇ ਆ ਤੇ ਦੇਖੋ ਇੱਕ ਪਾਸੇ ਅੱਗ ਦੀਆਂ ਵੱਡੀਆਂ ਵੱਡੀਆਂ ਲਪਟਾਂ ਨਿਕਲਦੀਆਂ ਨੇ, ਲਾਟਾਂ ਨਿਕਲ ਰਹੀਆਂ ਨੇ, ਦੂਜੇ ਪਾਸੇ ਉਸੇ ਅੱਗ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਚਿੰਗਿਆੜੀਆਂ ਨਿਕਲਦੀਆਂ ਨੇ। ਹੁਣ ਲਪਟਾਂ ਤੇ ਵਾਕਈ ਅੱਗ ਨਾਲ ਜੁੜੀਆਂ ਨੇ, ਜਿੱਥੋਂ ਬੜ ਰਹੀਆਂ ਨੇ ਉਹਦੀਆਂ ਲਾਟਾਂ ਨੇ, ਪਰ ਜਿਹੜੀਆਂ ਨਿੱਕੀਆਂ ਨਿੱਕੀਆਂ ਚਿੰਗਿਆੜੀਆਂ ਉੱਪਰ ਅਸਮਾਨ ਦੇ ਉੱਡ ਗਈਆਂ, ਮਹਾਰਾਜ ਕਹਿੰਦੇ ਧਿਆਨ ਨਾਲ ਦੇਖ, ਇਹ ਅੱਗ ਵਿੱਚੋਂ ਨਿਕਲੀਆਂ ਨੇ, ਇਹ ਵੱਖ ਹੋਣ ਦੇ ਬਾਵਜੂਦ ਵੀ ਅੱਗ ਦੀ ਹੀ ਅੰਸ਼ ਨੇ। ਜਿਵੇਂ ਇੱਕ ਅੱਗ ਦੇ ਵਿੱਚੋਂ ਅਨੇਕਾਂ ਨਿੱਕੀਆਂ ਨਿੱਕੀਆਂ ਚਿਨਗਾਂ ਨਿਕਲਦੀਆਂ ਨੇ, ਉਹ ਅੱਗ ਹੀ ਹਨ। ਕਹਿੰਦੇ ਇਸੇ ਤਰ੍ਹਾਂ ਪਾਰ ਬ੍ਰਹਮ ਇੱਕ ਹੈ, ਤੇ ਜਿਵੇਂ ਇੱਕ ਅੱਗ ਸਾਰੀਆਂ ਚਿੰਗਾੜੀਆਂ ਵਿੱਚ ਵਿਦਮਾਨ ਹੈ, ਇਸੇ ਤਰ੍ਹਾਂ ਏਕ ਓੰਕਾਰ ਸਾਰੇ ਸੰਸਾਰ ਵਿੱਚ ਵਿਦਮਾਨ ਹੈ। ਦੂਸਰਾ ਬਚਨ ਮਹਾਰਾਜ ਜੀ ਦਾ ਹੈ ਸਮਝਾਉਣ ਵਾਸਤੇ ਜੀ, ਕਿ ਜ਼ਮੀਨ ਤੋਂ ਮਿੱਟੀ ਉੱਡਦੀ ਹੈ, ਉਹ ਗਰਦਾ ਮਿੱਟੀ ਦੇ ਜ਼ਰਰੇ ਕਿੰਨਾ ਸਮਾਂ ਅਸਮਾਨ 'ਚ ਰਹਿੰਦੇ ਆ, ਪਰ ਯਾਦ ਰੱਖੋ ਇੱਕ ਪਾਸੇ ਥੱਲੇ ਮਿੱਟੀ ਦਾ ਢੇਰ ਪਿਆ ਹੈ, ਟਿੱਬੇ ਪਏ ਨੇ, ਮਾਰੂਥਲ ਹੈ, ਦੂਜੇ ਪਾਸੇ ਨਿੱਕੇ ਨਿੱਕੇ ਮਿੱਟੀ ਦੇ ਜ਼ਰਰੇ ਨੇ, ਪਰ ਮਿੱਟੀ ਦੇ ਜ਼ਰਰੇ ਤੇ ਮਿੱਟੀ ਦਾ ਟਿੱਬਾ, ਇਹਨਾਂ ਦੀ ਹੋਂਦ ਤਾਂ ਇੱਕੋ ਜਿਹੀ ਹੈ ਨਾ। ਜੇ ਮੰਨ ਲਓ ਟਿੱਬਾ ਮਿੱਟੀ ਦਾ, ਉਹਦੇ ਵਿੱਚੋਂ ਨਿੱਕਾ ਜਿਹਾ ਜ਼ਰਰਾ ਉੱਡਿਆ, ਪਰ ਹੈ ਤਾਂ ਉਹ ਮਿੱਟੀ ਨਾ। ਇਸੇ ਤਰ੍ਹਾਂ ਸਮੁੰਦਰ ਦਾ ਪਾਣੀ ਜਾਂ ਦਰਿਆਵਾਂ ਦਾ ਪਾਣੀ, ਕਿੰਨੀਆਂ ਲਹਿਰਾਂ ਉੱਠਦੀਆਂ ਨੇ। ਮਹਾਰਾਜ ਕਹਿੰਦੇ ਆ ਲਹਿਰ ਵਿੱਚ ਵੀ ਪਾਣੀ ਹੈ, ਬੁਲਬੁਲੇ ਵਿੱਚ ਵੀ ਪਾਣੀ ਹੈ, ਸਮੁੰਦਰ ਵਿੱਚ ਵੀ ਪਾਣੀ ਹੈ। ਜਿਵੇਂ ਇੱਕ ਅੱਗ ਅਨੇਕਾਂ ਚਿੰਗਿਆੜੀਆਂ ਦਾ ਰੂਪ ਬਣ ਜਾਏ, ਪਰ ਹੈ ਇੱਕੋ ਹੀ। ਜਿਸ ਤਰ੍ਹਾਂ ਮਿੱਟੀ ਦੇ ਨਿੱਕੇ ਨਿੱਕੇ ਜ਼ਰਰੇ ਹੋਣ, ਪਰ ਹੈ ਉਹ ਮਿੱਟੀ। ਜਿਸ ਤਰ੍ਹਾਂ ਇੱਕ ਦਰਿਆ ਚੋਂ ਸਮੁੰਦਰ ਚੋਂ ਅਨੇਕਾਂ ਲਹਿਰਾਂ ਉੱਠਣ, ਹੈ ਉਹ ਪਾਣੀ। ਭਾਈ ਸਿੱਖਾਂ, ਇਸੇ ਤਰ੍ਹਾਂ ਇੱਕ ਓੰਕਾਰ ਨੇ ਜੜ ਤੇ ਚੇਤਨ ਨੂੰ ਪੈਦਾ ਕੀਤਾ, ਪੈਦਾ ਕਰਕੇ ਇਹਨਾਂ ਵਿੱਚ ਸਮਾ ਗਿਆ। ਇੱਕ ਦਿਨ ਸਾਰਿਆਂ ਨੇ ਇਹਦੇ ਵਿੱਚ ਸਮਾ ਜਾਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ ਜੀ, ਜਿਹੜੇ ਵਿਦਵਾਨ ਪੁਰਸ਼ ਨੂੰ ਪਤਾ, ਅਕਾਲ ਉਸਤਤ ਵਿੱਚ ਜਿਹੜੇ ਕਵਿਤ ਨੇ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉਠੈ, न्यारे न्यारे होय कै फिर आग में मिलाएंगे। जैसे एक धूर ते अनेक धूर पूर्त हैं, धूर के कनूका सबे धूर की समाएंगे। जैसे एक नद ते तरंग कोट उपजित हैं, पान के तरंग सब पान ही कहाएंगे। तैसे विश्व रूप ते, फिर सुनियो जेड़ा परमात्मा एक ओंकार है, तैसे विश्व रूप ते अपूत पूत प्रगट। अपूत पूत ਇਹਦਾ अर्थ है जड़ और चेतन। ਅਸੀਂ ਚੇਤਨਤਾ ਚਾਹੁੰਦੇ ਹਾਂ ਜੀ, ਤੁਰਨੇ ਫਿਰਨੇ, ਪਰ ਕੁਝ ਆ ਰੁੱਖ ਨੇ, ਜੜ ਨੇ ਜੀ ਇੱਕ ਜਗ੍ਹਾ ਤੇ ਖਲੋਤੇ। ਮਹਾਰਾਜ ਕਹਿੰਦੇ ਨੇ ਭਾਈ ਸਿੱਖੋ, ਇਸੇ ਤਰ੍ਹਾਂ ਜਿਵੇਂ ਅੱਗ ਵਿੱਚੋਂ ਚਿੰਗਿਆੜੀਆਂ, ਜਿਵੇਂ ਮਿੱਟੀ ਦੇ ਟਿੱਬੇ ਤੋਂ ਨਿੱਕੇ ਨਿੱਕੇ ਮਿੱਟੀ ਦੇ ਜ਼ਰਰੇ, ਜਿਵੇਂ ਦਰਿਆ ਵਿੱਚੋਂ ਉੱਠੀਆਂ ਪਾਣੀ ਦੀਆਂ ਲਹਿਰਾਂ, ਇਸੇ ਤਰ੍ਹਾਂ ਇੱਕ ਓੰਕਾਰ ਵਿੱਚੋਂ ਜੜ ਤੇ ਚੇਤਨ ਪੈਦਾ ਹੋਇਆ। ਜਿਹਦੇ ਤੋਂ ਪੈਦਾ ਹੋਇਆ ਉਹ ਵਿੱਚ ਸਮਾ ਰਿਹਾ ਹੈ, ਤੇ ਜਿੱਦਨ ਉਸ ਦੀ ਆਪਣੀ ਮੌਜ ਆਈ, ਇਹ ਸਾਰੇ ਨੂੰ ਆਪਣੇ ਵਿੱਚ ਲੈ ਕਰ ਲਏਗਾ। ਤੈਸੇ ਵਿਸ਼ਵ ਰੂਪ ਤੇ ਅਪੂਤ ਪੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਏਂਗੇ। ਉਹ ਚੋਂ ਪੈਦਾ ਹੋਏ, ਉਹ ਚ ਸਮਾ ਗਏ। ਇੱਕ ਦੋ ਬਚਨ ਹੋਰ ਹੈ ਤੁਹਾਡੇ ਇੱਥੇ ਕਿਤਾਬ ਹੈ ਧਰਮ ਪ੍ਰਚਾਰ ਕਮੇਟੀ ਕੋਲ। ਚਲੋ ਮੈਂ ਫਿਰ ਗੱਲ ਕਰਾਂਗਾ, ਕਿਉਂਕਿ ਰੋਜ਼ ਗੱਲ ਰਿਪੀਟ ਕਰਨੀ ਚੰਗੀ ਨਹੀਂ ਲੱਗਦੀ। ਕਿਤਾਬਾਂ ਦੇ ਹਵਾਲੇ ਬਹੁਤ ਜ਼ਰੂਰੀ ਹੋ ਗਿਆ ਹੁੰਦੇ ਨੇ, ਸੱਚ ਹੈ। ਉਹ ਕਿਤਾਬ ਡਾਕਟਰ ਤਾਰਨ ਸਿੰਘ ਉਹਨਾਂ ਦੀ ਹੈ, ਐਡਿਟ ਬਾਅਦ ਵਿੱਚ ਕੀਤੀ ਗਈ। ਉਹ ਕਿਤਾਬ ਹੈ ਸਿੱਖ, ਸਿੱਖੀ ਤੇ ਸਿਧਾਂਤ। ਉਹਦੇ ਵਿੱਚ ਇੱਕ ਚੈਪਟਰ ਹੈ ਤੂੰ ਹੀ ਦਾ ਸਿਧਾਂਤ। ਉਹ ਪੜ੍ਹਨ ਵਾਲਾ, ਆਪਾਂ ਇਸੇ ਵਿਸ਼ੇ ਤੇ ਆ ਰਹੇ ਹਾਂ ਜੀ, ਕਿ ਇੱਕ ਹੈ ਤੇ ਸਾਰਿਆਂ ਸਮਾਇਆ ਹੈ। ਉਹਦੇ ਵਿੱਚ ਤੂੰ ਹੀ ਦਾ ਜਿਹੜਾ ਸਿਧਾਂਤ ਹੈ, ਉਸ ਵਿੱਚ ਇੱਕ ਬਚਨ ਉਹਨਾਂ ਲਿਖਿਆ ਹੈ। ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੌਂਟਾ ਸਾਹਿਬ ਗਏ ਆ, ਤੇ ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਪੌਂਟਾ ਸਾਹਿਬ ਯਮਨਾ ਵਾਲੇ ਪਾਸੇ ਮੁੱਖ ਕਰਕੇ ਬੈਠੇ ਆ, ਤੇ ਬਹੁਤ ਸੋਹਣੀ ਠੰਡੀ ਹਵਾ ਰੁਮਕ ਰਹੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨੇ। ਸਤਿਗੁਰਾਂ ਨੇ ਅਕਾਲ ਦੀ ਉਸਤ ਸ਼ੁਰੂ ਕਰ ਦਿੱਤੀ। ਚਲੋ ਉਹ ਚੈਪਟਰ ਭਾਵੇਂ ਬਹੁਤ ਲੰਬੇਰਾ ਹੈ, ਉਹ ਰਚਨਾ ਜਿਹੜੀ ਬਾਣੀ ਉਹ ਵੀ ਲੰਬੇਰੇ, ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਪਰ ਉੱਥੇ ਡਾਕਟਰ ਤਾਰਨ ਸਿੰਘ ਨੇ ਲਿਖਿਆ ਹੈ
कि महाराज जो शुरू करते ने कि जमी तू ही, जमा तू ही, मकी तू ही, मकां तू ही, अभू तू ही, अपै तू ही, अछू तू ही, अछय तू ही, जतस तू ही, ब्रतस तू ही, गतस तू ही, मतस तू ही, तू ही तू ही, तू ही तू ही, तू ही तू ही, तू ही तू ही। उत्थे उन्हें शब्द वरत्या जी 6 घंटे, वो शब्द वरते 6 घंटे गुरु गोबिंद सिंह महाराज सिर्फ एको ही ये पवित्र धुनी ला दी, तू ही तू ही तू ही तू ही। 6 घंटे का मतलब हो गया 2 पैर, 2 पैर हो गए। थोड़ी जिस बेनती ਨੂੰ सुनियो, उथे ਜਿਹੜੇ शब्द वरते वो लिख दिया कि 16,000 वार मुख तो तू ही तू ही तू ही तू ही तू ही तू ही, पर उथे सिर्फ सूचना मात्र 16 वार लिखा गया तू ही तू ही तू ही तू ही। हुण उस विच तुसीं देखो महाराज किवें उस सर्व व्यापकता नूं अपने अंतरात्म में महसूस कर रहे। जमी तू ही, इस जमीन उत्ते भी तुसीं हो वाहिगुरू जी। जमा तू ही, जमा तू ही, आकाश विच भी तुसीं हो। मकी तू ही, मकान तू ही, तुसी ही मकान हो, तुसी मकान विच रहन वाले हो। जमी तू ही, जमा तू ही, मकी तू ही, मकान तू ही, अभू तू ही, तुसी जन्म तो रहत हो। अछू तू ही, तुहानू कोई छू नहीं सकता। फिर वेखो जमी तू ही, जमा तू ही, मकी तू ही, मकान तू ही, अभू तू ही, अछू तू ही, अजय तू ही, अछय तू ही, तुहानू कोई छू नहीं सकता। जतस तू ही, जति भी तुसी हो। ब्रतस तू ही, वर्त रखन वाले भी तुसी हो। गतस तू ही, चलन वाले गतिशील भी तुसी हो। मतस तू ही, ज्ञानवान ही तुसी हो। ते अखीर ते कहने तू ही तू ही तू ही तू ही। सच एवे परमात्मा तेरे तो बिना होर दूजा कोई नखे। उस एक वचन कहे जमी जमान के बिखे समस्त एक जोत कहे, ना घाट कह ना बाढ़ है, ना घाट बाढ़ होत है। मैं इत्थे एक बेनती करांगा जी, एक हो के सर्व व्यापक ने। असी तो दे रहे हैं प्रमाण, प्रमाण दे रहे हैं जी परमात्मा इस तरह सर्व व्यापक। मैं महाराज दी जूरी सच कहना, प्रमाण देना, दलील देनी, व्याख्या कर देनी ये वखरी बात है, पर बाहरों तां किसे नूं अनुभव हुंदा जदों पहला अपने अंदर देखदा है। अंदर तो बिना बाहर दे सकदा जी। कल भी एक शायद परसों एक प्रमाण आपां लिया सी, शायद कल ही सी कि नीचे लोयन कर रहूं ले साजन घट माहे, सब रस खेलू पीसो किसो लिखामू नाखे। कि मैं अपने प्यारे दे वसल नूं मान रही हाँ, मैनू की लोड़ है लोकां नूं दस्सण दी। पर जदों अपने अंदरों दिस पिया सो अंतर सो बाहर अनंत घट घट व्याप रहा भगवंत तरन माहे आकाश पयाल। जे अंदर है तां बाहर दिसेगा, जे अंदर ही झाती नहीं मारी बाहर किते दसना है। इत्थे भगत जी ने एक पासे कहा कि नीचे लोयन कर हूं, ते इस तो अगला सलोक है जी 8 जाम 8 पैर 64 घड़ी 64 घड़ियां 8 पैर। तो नरक तरेओ जियो, तो निरख तरेओ ज्यो जियो। नीचे लोयन कर क्यों करूं, घट घट देखूं पियो मैं क्यों अखा नीवियां करा। 8 जाम 64 घड़ी तो निरख तरे जियो। नीचे लोयन क्यों करूं सब कट देखूं पियो मैं क्यों अखा नीवियां करा। मैनू सारियां विचों दिसदा पिया है, पर सब नूं क्यों नहीं दिसदा है। तां गुरबाणी रूहानीयत ये कहंदी है जी वो सारियां थावां ते साफ विच है। अज गुरु साहब ने इत्थों तक कह दिता ऊच नीच मैं जोत समाणी। उच्चियां विच ते नीवियां विच भी उहदी खेड वापरदी पई है। हालां असी ऊच नीच जे इहदे अर्थ करने होण ते मैं 2 जपजी साहब दी अक्सर पौड़ियां इस संबंधी कहना। एक पासे नीच कर्म करने वाले ने, अत दे नीच कर्म करने वाले, दूजे पासे पुण्य कर्म करने वाले ने। पर गुरु साहब जी ने नीच कर्म करने वालियां नूं भी करतार दी कादर दी वैगुरु दी भली कार किया, ते जेड़े चंगे काम करदे ने भली कार कहना सी। देखो 2 पौड़ियां अर्थ नहीं ज्यादा। असंख जप असंख भाओ असंख पूजा असंख तप ताओ
असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सोर मोह भक सार, असंख मोन लिव लाए तार, कुदरत कवन कहा विचार। ਭਾਵੇਂ ਅਸੀਂ ਸਿਧਾਂਤਕ ਤੌਰ ਤੇ ਕਹਾਂਗੇ ਜੀ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਹੁਣ ਇੱਥੇ ਸਤਿਗੁਰਾਂ ਨੇ ਬਚਨ ਕੀਤਾ ਅਸੰਖ ਮੋਨ ਲਿਵ ਲਾਏ ਤਾਰ, ਅਸੰਖਾਂ ਮੋਨੀ ਨੇ ਜਿਹੜੇ ਲਿਵ ਲਾ ਕੇ ਬੈਠੇ ਨੇ। ਹਾਲਾਂਕਿ ਪਹਿਲੀ ਪੌੜੀ ਚ ਮਹਾਰਾਜ ਬਚਨ ਕਰਕੇ ਆਇਆ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾਰ। ਪਰ ਉਹਦੀ ਸਮੁੱਚਤਾ ਵਿੱਚ, ਉਹਦੀ ਸਰਵ ਵਿਆਪਤਾ ਵਿੱਚ, ਕਰਤਾਰ ਦੀ ਵਿੱਚ ਅਸੰਖਾ ਐਸੇ ਨੇ ਜਿਹੜੇ ਸੱਚਮੁੱਚ ਮੋਨ ਧਾਰ ਕੇ ਬੈਠੇ ਹੋਏ ਆ। ਤੇ ਗੁਰੂ ਸਾਹਿਬ ਇਸ ਸਾਰੀ ਪੌੜੀ ਚ ਜਪ ਦਾ, ਤਪ ਦਾ, ਦਾਨ ਦਾ, ਸੂਰਮਿਆਂ ਦਾ ਸਭ ਦਾ ਜ਼ਿਕਰ ਕੀਤਾ। ਪਰ ਪਿਆਰਿਓ ਅਖੀਰ ਤੇ ਕਿਉਂ ਨੇ ਕੁਦਰਤ ਕਵਣ ਕਹਾ ਵਿਚਾਰ। ਮੇਰੇ ਕੋਲ ਇੰਨੀ ਤਾਕਤ ਨਹੀਂ ਮੈਂ ਕਰਤਾਰ ਜੀ ਤੁਹਾਡੀ ਇਸ ਸਾਰੀ ਖੇਡ ਦਾ ਵਰਣਨ ਕਰ ਸਕਾਂ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ। ਮੇਰੀ ਬੇਨਤੀ ਸੁਣਿਓ, ਊਚ ਨੀਚ ਜੋ ਤੁਧ ਭਾਵੈ ਸਾਈ ਭਲੀ ਕਰ। ਧਰਮੀ ਬੰਦਾ ਕਦੀ ਕਹੇਗਾ ਜਪ ਮਾੜਾ ਤਪ ਮਾੜਾ ਹੈ। ਜਿਹੜਾ ਜਿਹੜਾ ਬੰਦਾ ਜਿਸ ਧਰਮ ਨੂੰ ਧਾਰਨ ਕਰਕੇ ਤੁਰਿਆ ਹੋਇਆ, ਆਪਾਂ ਤੇ ਕਹਾਂਗੇ ਚਲੋ ਬੰਦਾ ਧਰਮੀ ਹੈ ਜੀ, ਇਹਨੂੰ ਸਤਿਗੁਰਾਂ ਨੇ ਕਿਹਾ ਇਹ ਭਲੀ ਕਾਰ ਹੈ, ਚੰਗੀ ਕਾਰ ਹੈ। ਪਰ ਅਗਲੀ ਪੌੜੀ ਵਿੱਚ ਸਤਿਗੁਰੂ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, असंख गलबड़ हत्या कमाहे, असंख पापी पाप कर जाहें, असंख कूड़ियार कूड़े फिराहें, असंख मलेश मल पाखाहें, असंख निंदक सिर करें भार, नानक नीच कहे विचार। वारिया ना जावा एक वार जो तुध भावै साई भली कार। गुरमुखो इस नूं फिर बेनती नूं सुनियो, मैं रिपीट कर लगा। असंख जप तां भली कार है, ਭਾਉ ਤਾਂ ਭਲੀ ਕਾਰ ਹੈ, ਪ੍ਰੇਮ ਕੀਤਾ ਜਾ ਰਿਹਾ। ਉੱਥੇ ਵੀ ਸ਼ਬਦ ਵਰਤਿਆ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਕਿਉਂਕਿ ਇਸ ਧਰਮੀਆਂ ਦੀ ਸ਼੍ਰੇਣੀ ਵਿੱਚ ਵੀ ਤੁਸੀਂ ਵਰਦੇ ਪਏ ਹੋ। ਤੇ ਦੂਜੇ ਪਾਸੇ ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਅਦਵੈਤ ਹੈ, ਇਹਦੇ ਵਿੱਚ ਕੋਈ ਦਵੈਸ਼ ਨਹੀਂ। ਮੇਰੇ ਪਰਮਾਤਮਾ ਜੀ ਇਹ ਵੀ ਤਾਂ ਤੇਰੀ ਕਾਰ ਚੰਗੀ ਹੈ। ਜਿਹੜੇ ਨੀਚ ਕਰਮ ਕਰਦੇ ਪਏ ਨੇ ਵਿਆਪਕਤਾ ਇਹਨਾਂ ਵਿੱਚ ਵੀ ਹੈ ਨਾ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਮੈਂ ਬੇਨਤੀ ਕਰਾਂਗਾ ਆਪੇ ਹੋਵੇ ਝੋਲੜਾ ਝੋਲੜਾ। ਉਹ ਪ੍ਰਮਾਤਮਾ ਆਪੇ ਰਸੀਆ ਹੈ, ਆਪ ਰਸ ਲੈਣ ਵਾਲਾ ਹੈ, ਆਪੇ ਸਭ ਕੁਝ ਮਾਨਣ ਵਾਲਾ ਹੈ। ਉਹ ਭੋਗਦਾ ਵੀ ਹੈ, ਭੋਗ ਵੀ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ ਭਾਈ ਉੱਚਾ ਨੀਵਾਂ ਜੋ ਵੀ ਹੈ ਉਹਦੇ ਵਿੱਚ ਸਮਾਇਆ। ਪਰ ਮੈਂ ਫਿਰ ਬੇਨਤੀ ਕਰਾਂਗਾ ਜਿੰਨੀ ਦੇਰ ਤੱਕ ਦੂਈ ਦਾ ਪਰਦਾ ਹੈ, ਦਵੈਸ਼ ਦੇ ਪਰਦੇ ਵਿੱਚੋਂ ਏਕਤਾ ਨਜ਼ਰ ਨਹੀਂ ਆਉਣੀ। ਮੇਰ ਤੇਰ ਵਿੱਚ ਆਉਣੀ ਹੈ ਜੀ। ਤੇ ਜ਼ਿਆਦਾਤਰ ਇਸ ਧਰਤੀ ਤੇ ਇਸ ਵੇਲੇ ਜਿਸ ਲਈ ਅਸੀਂ ਸ਼ਬਦ ਧਰਮ ਵਰਤਨੇ ਆ, ਕੌੜਾ ਸੱਚ ਹੈ। ਜਿੰਨੀ ਦਵੈਸ਼ ਦਾ ਜ਼ਹਿਰ ਸਾਡੇ ਧਰਮ ਦੇ ਨਾਂ ਥੱਲੇ ਦੁਨੀਆ 'ਚ ਫੈਲਿਆ ਹੋਇਆ, ਮੈਨੂੰ ਬਖਸ਼ ਦਿਆ ਜੇ ਸ਼ਾਇਦ ਕਿਤੇ ਮਿਲਦਾ ਹੋਵੇ। ਇੰਨੀ ਦਵੈਸ਼। ਰੱਬ ਨੇ ਤਾਂ ਅੱਖਾਂ ਦੋ ਬਣਾਈਆਂ ਸਨ ਗੁਰਮੁਖੋ। ਉਹਨੇ ਦੋ ਅੱਖਾਂ ਦੀਆਂ ਨਜ਼ਰਾਂ ਦੋ ਨਹੀਂ ਬਣਾਈਆਂ, ਉਹਨੇ ਅੱਖਾਂ ਦੋ ਬਣਾ ਦਿੱਤੀਆਂ, ਪਰ ਜੋਤ ਤਾਂ ਇੱਕੋ ਹੀ ਬਣਾਈ ਸੀ। ਅੱਖਾਂ ਦੋ ਨੇ, ਵੇਂਦੇ ਤੇ ਇੱਕ ਨਾਲ ਹੀ ਆ ਨਾ। ਜੋਤ ਇੱਕੋ ਹੈ। ਕੰਨ ਦੋ ਨੇ, ਸਰੋਤ ਤਾਂ ਇੱਕੋ ਹੈ। ਨਾਸਕਾ ਦੋ ਨੇ, ਪਰ ਗੰਧ ਸੁੰਘਣ ਦੀ ਜਿਹੜੀ ਤਾਕਤ ਉਹ ਤੇ ਇੱਕੋ ਹੈ। ਇੱਥੇ ਸਤਿਗੁਰੂ ਅੱਜ ਏਡਾ ਅਦਵੈਤ, ਕੋਈ ਦਵੈਤ ਨਹੀਂ ਇਹਦੇ 'ਚ, ਕਿ ਉਹ ਸਾਰਿਆਂ ਵੀ ਸਮਾਇਆ ਹੋਇਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਗਜ਼ਲ ਦਾ ਇੱਕ ਸ਼ੇਰ ਹੈ ਕਿ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ। ਉਹ ਸਿੱਖਾ ਜੇ ਤੇਰਾ ਦਿਲ ਦਾਨਾ ਸਿਆਣਾ ਹੈ, ਸਿਆਣਾ ਦਾ ਅਰਥ ਗੱਲਾਂ ਕਰਨ ਵਾਲਾ ਨਹੀਂ, ਅੰਦਰੋਂ ਸਿਆਣਾ ਹੈ ਜੇ ਤੂੰ, ਦਾਨਾ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ। ਉਹ ਪਿਆਰਿਆ ਜੇ ਤੇਰਾ ਦਿਲ ਚੰਗਾ ਹੈ, ਤੇਰਾ ਯਾਰ ਤੇਰੇ ਦਿਲ ਵਿੱਚ ਹੈ। ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਤੇਰੀਆਂ ਅੱਖਾਂ ਵੇਖਣ ਵਾਲੀਆਂ ਹੋਣ, ਮੈਲ ਤੋਂ ਬਚੀਆਂ ਹੋਣ, ਕੋਈ ਹਿਰਦਾ ਐਸਾ ਨਹੀਂ ਜਿਹਦੇ ਵਿੱਚ ਉਹਦਾ ਨਿਵਾਸ ਨਹੀਂ। ਪਰ ਜਿਹਨੂੰ ਉਹ ਜਨਾ ਦਿੰਦਾ ਹੈ। ਸੋਧਰੇ ਪਾਕਿਸਤਾਨ 'ਚ ਜੀ ਵਜ਼ੀਰਾਬਾਦ ਦੇ ਨੇੜੇ
ਸੋਧਰੇ ਦੀ ਧਰਤੀ ਤੇ ਇੱਕ ਸੌਦਾਗਰ ਹੈ ਬਹੁਤ ਅਮੀਰ, ਜਿਹਦਾ ਕੰਮ ਹੈ ਕਿ ਮੁਗਲ ਫੌਜਾਂ ਨੂੰ ਰਸਤ ਪਹੁੰਚਾਉਣਾ। ਉਸ ਸੌਦਾਗਰ ਦੇ ਘਰ ਵਿੱਚ ਇੱਕ ਬੇਟੇ ਦਾ ਜਨਮ ਹੋਇਆ। ਚੰਗਾ ਭਾਗਾਂ ਵਾਲਾ ਸੀ, ਸ਼ੁਰੂ ਤੋਂ ਚੇਟਕ ਧਰਮ ਦੀ ਲੱਗ ਗਈ। ਜਦੋਂ ਥੋੜਾ ਜਿਹਾ ਬੱਚਾ ਵੱਡਾ ਹੋਇਆ ਜੀ, ਉਹਨੇ ਕੀ ਕਰਨਾ ਕਿ ਆਪਣੇ ਘਰੋਂ ਅਮੀਰ ਸੀ ਜੀ, ਕੌਡੀਆਂ ਪੈਸੇ ਪਾ ਲੈਣੇ ਆਪਣੀ ਜੇਬ 'ਚ, ਤੇ ਬਾਹਰ ਜਾ ਕੇ ਲੰਘਦੇ ਹੋਏ ਲੋਕਾਂ ਵਿੱਚ ਵੰਡਣ ਲੱਗ ਪੈਣਾ। ਦੱਸਣਾ ਨਾ, ਪਰ ਲੋਕਾਂ ਨੂੰ ਕੌਡੀਆਂ ਪੈਸੇ ਵੰਡ ਆਉਣੇ। ਥੋੜਾ ਜਿਹਾ ਹੋਰ ਵੱਡਾ ਹੋਇਆ, ਉਹਨੇ ਦੇਖਿਆ ਵੀ ਜਿਹੜੇ ਜ਼ੋਰ ਵਾਲੇ ਲੋਕ ਨੇ, ਤਾਕਤ ਵਾਲੇ ਲੋਕ ਨੇ, ਉਹ ਕਮਜ਼ੋਰ ਬੰਦਿਆਂ ਤੋਂ ਧੱਕੇ ਨਾਲ ਉਹਨਾਂ ਦੇ ਸਿਰ ਤੇ ਭਾਰ ਚੁਕਾਉਂਦੇ ਨੇ, ਬੇਗਾਰ ਕਰਾਉਂਦੇ ਨੇ ਉਹਨਾਂ ਤੋਂ। ਉਹਦੇ ਅੰਦਰ ਨੂੰ ਦੁੱਖ ਲੱਗਣਾ, ਕਿਉਂ ਕਿਸੇ ਮਾੜੇ ਬੰਦੇ ਤੇ ਕਿਉਂ ਜ਼ੁਲਮ ਹੁੰਦਾ ਪਿਆ, ਕੁਝ ਕਰ ਨਾ ਸਕਣਾ। ਥੋੜਾ ਜਿਹਾ ਜਵਾਨ ਹੋਇਆ ਜੀ, ਭਾਰ ਚੁੱਕਣ ਜੋਗਾ ਹੋ ਗਿਆ, ਘਰ ਕਮੀ ਨਹੀਂ ਪੈਸੇ ਦੀ, ਭਾਰ ਚੁੱਕਣ ਜੋਗਾ ਹੋਇਆ। ਤੇ ਜਦੋਂ ਦੇਖਣਾ ਕਿਸੇ ਤਾਕਤ ਵਾਲੇ ਜ਼ਾਲਮ ਬਿਰਤੀ ਵਾਲੇ ਨੇ ਭਾਰ ਚੁਕਾਣਾ ਬੇਗਾਰੀ ਬਣਾ ਕੇ ਕਿਸੇ ਮਾੜੇ ਬੰਦੇ ਨੂੰ, ਉਹਦੇ ਅੱਗੇ ਜਾ ਕਹਿਣਾ, ਤੂੰ ਥੱਕ ਗਿਆ, ਇਹ ਪੰਡ ਮੈਨੂੰ ਚੁਕਾ ਦੇ, ਮੈਂ ਤੇਰਾ ਥੋੜਾ ਜਿਹਾ ਸਾਹ ਕਢਾ ਦਿਆਂਗਾ। ਪੰਡ ਚੁੱਕ ਲੈਣੀ, ਤੁਰ ਪੈਣਾ। ਹੁਣ ਇਹ ਚਰਚਾ ਪਿੰਡ ਵੀ ਸ਼ੁਰੂ ਹੋ ਗਈ ਕਿ ਆਹ ਬੱਚਾ ਜਿਹੜਾ ਹੈ ਸੌਦਾਗਰਾਂ ਦਾ ਮੁੰਡਾ, ਸੌਦਾਗਰ ਦਾ ਮੁੰਡਾ, ਵਪਾਰੀ ਦਾ ਮੁੰਡਾ, ਇਹ ਬੇਗਾਰੀਆਂ ਦੀਆਂ ਪੰਡਾਂ ਜਾਣ ਬੁੱਝ ਕੇ ਚੁੱਕੀ ਜਾਂਦਾ ਹੈ। ਕਦੀ ਮੀਲ ਇੱਧਰ ਜਾਈ ਜਾਂਦਾ, ਉਧਰੋਂ ਇੱਧਰ। ਉਸ ਸੌਦਾਗਰ ਦੇ ਬੇਟੇ ਦੀ ਇਸ ਗੱਲ ਦਾ ਪਤਾ ਉਹਦੀ ਮਾਂ ਨੂੰ ਲੱਗ ਗਿਆ। ਅੱਜ ਉਹ ਬੱਚਾ ਘਰ ਆਇਆ, ਨੌਜਵਾਨ, ਤੇ ਮਾਂ ਨੇ ਬਹੁਤ ਪਿਆਰ ਕੀਤਾ। ਕਹਿੰਦੀ, ਪੁੱਤਰ, ਸਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ। ਮੈਨੂੰ ਪਤਾ ਤੂੰ ਜੇਬ 'ਚ ਪੈਸੇ ਭਰ ਕੇ ਲਿਜਾਂਦਾ ਰਿਹਾ, ਤੂੰ ਲੋੜਵੰਦਾਂ ਨੂੰ ਵੰਡਦਾ ਰਿਹਾ, ਗਰੀਬਾਂ ਨੂੰ ਵੰਡਦਾ ਰਿਹਾ। ਸਾਨੂੰ ਪਤਾ ਹੋਣ ਦੇ ਬਾਵਜੂਦ ਤੈਨੂੰ ਕੁਝ ਨਹੀਂ ਕਿਹਾ। ਪਰ ਇੱਕ ਜਿਹੜਾ ਹੁਣ ਗੱਲ ਲੋਕੀ ਕਰਨ ਲੱਗ ਪਏ, ਸਹਿਣੀ ਮੁਸ਼ਕਲ ਹੋ ਗਈ ਏ। ਸੁਣਿਆ ਤੂੰ ਬੇਗਾਰੀਆਂ ਦੀਆਂ ਪੰਡਾਂ ਢੋਣ ਲੱਗ ਪਿਆ। ਆਪਣੇ ਘਰ ਤਾਂ ਆਪਣੇ ਨੌਕਰ ਨੇ, ਤੂੰ ਉਹਨਾਂ ਦੀਆਂ ਪੰਡਾਂ ਧੋਣਾ। ਸਮਝ ਗਿਆ ਨਾ ਬੇਗਾਰੀ ਕਿਹਨੂੰ ਕਹਿੰਦੇ ਸਨ? ਤਾਕਤ ਵਾਲੇ ਮਾੜੇ ਬੰਦਿਆਂ ਨੂੰ ਪਕੜ ਕੇ ਉਹਨਾਂ ਦੇ ਸਿਰ ਤੇ ਭਾਰ ਫਰੀ ਚੁਕਾ ਦੇਣਾ। ਤੂੰ ਬੇਗਾਰੀਆਂ ਦੀਆਂ ਪੰਡਾਂ ਢੋਣ ਲੱਗ ਪਿਆ। ਸਭ ਕੁਝ ਸੁਣੀ ਗਏ। ਕਹਿੰਦੇ, ਮਾਂ ਸੱਚੀ ਦੱਸਾਂ, ਇਸ ਕਰਕੇ ਤੈਨੂੰ ਲੋਕੀ ਗੱਲਾਂ ਕਰਦੇ ਨੇ ਨਾ ਕਿ ਸੌਦਾਗਰਾਂ ਦਾ ਮੁੰਡਾ ਬੇਗਾਰੀਆਂ ਦੀਆਂ ਪੰਡਾਂ ਢੋਂਦਾ ਹੈ, ਨੇਤਰ ਭਰ ਕੇ। ਕਹਿੰਦੇ, ਤੂੰ ਅੱਗੋਂ ਜਵਾਬ ਕਿਉਂ ਨਹੀਂ ਦਿੰਦੀ? ਮਾਂ ਨੇ ਕਿਹਾ, ਮੈਂ ਕੀ ਜਵਾਬ ਦਿਆਂ ਪੁੱਤਰ? ਮੇਰੀ ਮਾਂ, ਤੂੰ ਇਹ ਕਹਿ ਦਿਆ ਕਰ, ਮੇਰੀ ਔਲਾਦ ਵਿੱਚ ਇੱਕ ਪੁੱਤਰ ਕਮਲਾ ਹੋ ਗਿਆ ਹੈ। ਇੱਕ ਮੇਰਾ ਪੁੱਤਰ ਕਮਲਾ ਹੈ। ਪਿਆਰਿਓ, ਚੇਤੇ ਰੱਖੋ, ਹੋਰ ਕੋਈ ਨਹੀਂ, ਇਹ ਭਾਈ ਸਾਹਿਬ ਭਾਈ ਕਨਈਆ ਜੀ ਸਨ। ਸਮਝ? ਇੱਕ ਪੁੱਤਰ ਕਮਲਾ ਹੋ ਗਿਆ। ਮੈਂ ਸਿਰਫ ਇਸ ਸ਼ਬਦ ਲਈ ਸਾਖੀ ਰੂ ਵਰਤਨ ਲੱਗਾ। ਉਹ ਭਾਈ ਕਨਈਆ ਜੀ ਸਾਹਿਬ ਸਨ, ਜਿਨ੍ਹਾਂ ਦਾ ਹਿਰਦਾ ਸ਼ੁਰੂ ਤੋਂ ਕੋਮਲ ਸੀ। ਅੰਦਰ ਬੈਰਾਗ ਪੈਦਾ ਹੋਇਆ। ਗੁਰੂ ਸਾਹਿਬ ਦਾ ਇੱਕ ਸਿੱਖ ਭਾਈ ਨਨੂਆ, ਉਹਦੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਸੁਣੇ। ਉਂਝ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਇਹ ਸੇਵਾ ਪੰਥੀਆਂ ਦੀ ਇੱਕ ਕਿਤਾਬ ਹੈ, ਸ੍ਰੀ ਰਤਨਮਾਲ, ਇਹ ਸੰਤ ਰਤਨਮਾਲ। ਜੇ ਉਹ ਮਿਲੇ ਤੇ ਜ਼ਰੂਰ ਪੜ੍ਹਿਓ। ਹੈ ਉਹ ਸਾਧ ਭਾਖਾ ਵਿੱਚ, ਉਹ 'ਚ ਪੂਰੀ ਡਿਟੇਲ ਦਿੱਤੀ ਹੋਈ ਹੈ। ਅੰਦਰ ਬੈਰਾਗ ਪੈਦਾ ਹੋ ਗਿਆ। ਸੰਸਾਰ ਝੂਠਾ ਹੈ ਤੇ ਸੱਚ ਹੈ। ਜੇ ਕਿਤੇ ਰੋਜ਼ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਬੰਦਾ ਪੜ੍ਹ ਲੈ ਨਾ, ਇਹ ਨੈਗੇਟਿਵ ਨਹੀਂ ਲਿਜਾਣਾ। ਕਈ ਕਹਿ ਦੇਣਗੇ, ਮਹਾਰਾਜ ਜੀ ਤੇ ਤਾਂ ਹੁਕਮਨਾਮਾ ਬੜਾ ਸਖਤ ਆ ਗਿਆ ਜੀ। ਇਹ ਗੱਲ ਮੇਰੀ ਬੇਨਤੀ ਜੇ, ਹਰ ਇੱਕ ਸੰਪਰਦਾ ਦਾ ਆਪੋ ਆਪਣਾ ਤਰੀਕਾ ਹੈ। ਪਰ ਜੇ ਗੁਰੂ ਝਿੜਕਦਾ ਵੀ ਹੈ, ਗੁਰੂ ਝਿੜਕ ਵਿੱਚ ਕਦੀ ਸ਼ਰਾਬ ਨਹੀਂ ਦਿੰਦਾ, ਗੁਰੂ ਝਿੜਕ ਕੇ ਵੀ ਮਿਠਾਸ ਦਿੰਦਾ ਹੈ। ਜੇ ਗੁਰੂ ਝਿੜਕੈ ਤਾਂ ਮਿੱਠਾ ਲੱਗੇ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣ ਸੁਣ ਕੇ ਬੈਰਾਗ ਪੈਦਾ ਹੋ ਗਿਆ। ਘਰ ਛੱਡ ਦਿੱਤਾ ਜੀ, ਜੰਗਲ ਚਲੇ ਗਏ। ਜੰਗਲ ਵਿੱਚ ਇੱਕ ਬਹੁਤ ਪਿਆਰੀ ਰੂਹ ਮਿਲੀ ਇਹਨਾਂ ਨੂੰ। ਬੈਰਾਗ ਵੀ ਸੋਨਾ ਦਿਨਾਂ 'ਚ। ਤੇ ਉਸ ਵਕਤ ਕਹਿੰਦੇ ਆ ਜੀ, ਮਹਾਰਾਜ ਜੀ ਉਸ ਗੁਰਮੁਖ ਨੂੰ
कि गोविंद जी के पावने की विधि क्या है। गोविंद जी के पावने की विधि, ਇਹਦਾ मतलब परमात्मा ਨੂੰ ਪਾਣ ਦਾ ਤਰੀਕਾ ਕੀ ਹੈ। ਉਹ ਅੱਗੋਂ ਉੱਤਰ ਦਿੰਦੇ ਆ, ਗੋਬਿੰਦ ਜੀ ਨੂੰ ਪਾਣ ਵਾਸਤੇ ਗੋਬਿੰਦ ਲੋਕਾਂ ਵਿੱਚ ਰਹੀਦਾ ਹੈ। ਤੁਸੀਂ ਤਾਂ ਜੰਗਲ 'ਚ ਬੈਠੇ ਹੋ। ਗੋਬਿੰਦ ਨੂੰ ਪਾਣ ਲਈ ਗੋਬਿੰਦ ਲੋਕ, ਸਮਝ ਗਏ ਨਾ ਵੀ ਇਨਸਾਨਾਂ ਵਿੱਚ ਰਹੋ। ਗੋਬਿੰਦ ਨੂੰ ਪਾਣ ਵਾਸਤੇ ਗੋਬਿੰਦ ਲੋਕਾਂ ਦੀ ਸੰਗਤ ਕਰ, ਸਾਧੂ ਦੀ ਸੰਗਤ ਕਰ। ਜੰਗਲ 'ਚ ਬੈਠਾ ਕੀ ਕਰੇਗਾ। ਕਹਿੰਦਾ ਜੀ ਗੋਬਿੰਦ ਨੂੰ ਪਾਣ ਲਈ ਗੋਬਿੰਦ ਲੋਕਾਂ ਦੀ ਸੰਗਤ। ਤੇ ਆਪ ਯਾਦ ਰੱਖੋ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਵਾਰ-ਵਾਰ ਇੱਕੋ ਜ਼ੋਰ ਦਿੱਤਾ ਗਿਆ, ਜੇ ਜ਼ਿੰਦਗੀ ਪਲਟਣੀ ਹੈ ਤੇ ਸਾਧ ਸੰਗਤ, ਜੇ ਜ਼ਿੰਦਗੀ ਪਲਟਣੀ ਹੈ ਤੇ ਸੰਤ ਸੰਗਤ, ਜੇ ਜ਼ਿੰਦਗੀ ਪਲਟਣੀ ਹੈ ਤੇ ਕਮਾਈ ਵਾਲੇ ਦੀ ਸੰਗਤ। ਸਭ ਨੂੰ ਇਹ ਫਿਰ ਮੇਰੀ ਬੇਨਤੀ, ਜੇ ਪਰ ਸਾਡੀ ਨੈਗੇਟਿਵਿਟੀ ਇੰਨੀ ਕੁ ਆ ਚੁੱਕੀ ਹੈ, ਮੈਂ ਸਟੇਜ ਤੋਂ ਬਿਲਕੁਲ ਸਪਸ਼ਟ ਕਹਿਣਾ ਪਿਆ, ਅਸੀਂ ਹਰ ਪੋਜ਼ਿਟਿਵ ਗੱਲ ਨੂੰ ਜਦੋਂ ਕਰਨੇ ਆ ਲੋਕਾਂ ਨੂੰ ਨੈਗੇਟਿਵ ਬੰਦੇ ਚੇਤੇ ਆ ਜਾਂਦੇ ਆ। ਇਹ ਸੰਤ ਦੀ ਗੱਲ ਕਰਤੀ, ਗੁਰਮੁਖ ਦੀ ਗੱਲ ਕਰ ਦਿੱਤੀ, ਇਹਦੇ ਦੇਹ ਨਾਲ ਜੋੜ ਦਿੱਤਾ ਜੀ। ਕਿਹੜਾ ਕਹਿੰਦਾ ਦੇਹ ਨਾਲ ਜੋੜਨ ਲਈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਸੰਗਤ ਤੋਂ ਬਿਨਾ ਜੀਵਨ ਨਹੀਂ ਪਲਟਿਆ ਜਾ ਸਕਦਾ। ਗੁਰਬਾਣੀ ਮੁਤਾਬਕ ਤਾਂ ਪੰਛੀ ਦੀ ਸੰਗਤ ਵੀ ਬੰਦੇ ਨੂੰ ਪਲਟ ਜਾਂਦੀ ਹੈ ਜੀ। ਹੁਣ ਅੱਜ ਦੇ ਤਾਂ ਨਹੀਂ ਬਣਨਗੇ ਵੀ ਆ ਗੱਪ ਛੱਡਦੇ ਦੀ ਪੰਛੀ ਕਿਵੇਂ ਬਦਲ ਗਿਆ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੋਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚ ਗਣਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਖੱਤੋਂ ਉਸ ਨੂੰ ਦਿੱਤੋਸ ਤੋਤਾ। ਪੰਛੀ ਦਿੱਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸੋਤਾ, ਲਿਵ ਲੱਗੀ ਤਿਸ ਤੋਤਿਓ। ਹੁਣ ਮੈਂ ਬੇਨਤੀ ਕਰਾਂਗਾ ਕਿ ਇਸ ਨੂੰ ਚਿੜੀ ਦੀ ਕਹਾਣੀ ਕਹਾਂਗੇ। ਜ਼ਿੰਦਗੀ ਪਲਟਣ ਵਾਸਤੇ ਬਸ ਸੰਗਤ ਇੱਕ ਪੰਛੀ ਨੂੰ ਰਟਾਉਂਦਿਆਂ, ਲਿਵ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ। ਉਹਨੇ ਕਿਹਾ ਗੋਬਿੰਦ ਨੂੰ ਪਾਣਾ ਹੈ ਤੇ ਗੋਬਿੰਦ ਲੋਕਾਂ ਵੀ ਜਾ, ਸੰਗਤ ਵੀ ਜਾ। ਚੇਟਕ ਲੱਗ ਗਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆ ਗਏ। ਇਹਨਾਂ ਦਾ ਜਨਮ ਇਹ 1647 ਦਾ ਹੈ ਮੇਰਾ ਖਿਆਲ, ਭਾਈ ਕਨਈਆ ਸਾਹਿਬ ਜੀ ਦਾ। ਹਜ਼ੂਰ ਸੱਚੇ ਪਾਤਸ਼ਾਹ ਚਰਨਾਂ 'ਚ ਆਏ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਬਸ ਇੱਕ ਟਿਕ, ਜਿਵੇਂ ਚਕੋਰ ਚੰਦਰਮਾ ਨੂੰ ਦੇਖਦੀ ਏ, ਸਤਿਗੁਰੂ ਦੇ ਸਵਰੂਪ ਨੂੰ ਦੇਖਿਆ। ਅੰਦਰ ਠੰਡ ਪੈ ਗਈ ਤੇ ਅੰਦਰੋਂ ਆਵਾਜ਼ ਆ ਗਈ, ਮੇਰੀ ਮੰਜ਼ਿਲ ਮਿਲ ਗਈ ਹੈ। ਹਜ਼ੂਰ ਨੇ ਸੇਵਾ ਲਾ ਦਿੱਤੀ ਜਲ ਢੋਣ ਦੀ। 3 ਮਹੀਨੇ ਲਗਾਤਾਰ ਜੀ ਪਾਣੀ ਲਿਆਉਣਾ, ਸਤਿਗੁਰਾਂ ਨੇ ਬੈਠੇ ਹੋਣਾ, ਲਿਆਉਣਾ, ਕਹਿਣਾ ਲਿਆ। ਗਾਗਰ ਲਿਆਉਣੀ, ਸਤਿਗੁਰਾਂ ਦੇ ਚਰਨਾਂ 'ਚ ਕਹਿਣਾ ਡੋਲ ਦੇ ਦਿੱਤੇ। ਫਿਰ ਲਿਆਉਣਾ, ਫਿਰ ਚਰਨਾਂ 'ਚ। 3 ਮਹੀਨੇ ਇਤਿਹਾਸਕਾਰ ਕਹਿੰਦੇ ਆ, ਕਿਉਂਕਿ ਜਿਸ ਬੰਦੇ ਨੇ ਘਾਲ ਕਮਾਈ ਵੱਲ ਤੁਰਨਾ, ਉਹ ਕਿਉਂ ਕਿਵੇਂ ਨਹੀਂ ਪੁੱਛਦਾ। ਬਸ ਉਹ ਤਾਂ ਅੰਦਰ ਇੱਕ ਖਿੱਚ ਲੈ ਕੇ ਤੁਰ ਪੈਂਦਾ ਹੈ ਵੀ ਨਹੀਂ ਕੁਛ ਨਹੀਂ, ਬਸ ਇਹਨੂੰ ਪਾਣਾ ਹੀ ਪਾਣਾ। ਜਦੋਂ ਮੰਜ਼ਿਲ ਹੀ ਮਿਲ ਗਈ, ਮਹਾਰਾਜ ਦੇਖਦੇ ਪਏ ਸਨ ਕਿਤੇ ਪਾਣੀ ਢੋਂਦਿਆਂ ਉਕਤਾਂਦਾ ਤੇ ਨਹੀਂ, ਖਿੱਚਦਾ ਤੇ ਨਹੀਂ। ਇਤਿਹਾਸ ਕਹਿੰਦਾ ਜਲ ਚਰਨਾਂ 'ਚ ਸੱਟੀ ਜਾਏ। ਸਤਿਗੁਰਾਂ ਨੇ ਕਿਰਪਾ ਕੀਤੀ। ਇੱਕ ਦਿਨ ਫਿਰ ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਇੱਕ ਦਿਨ ਫਿਰ ਉਹ ਆਇਆ, ਸੂਕੇ ਖਰੇ ਕੀਏ ਖਿਨਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੰਨੀ ਨਦਰੇ ਕਰਮ ਕੀਤੀ, ਅੰਮ੍ਰਿਤ ਭਰੀ ਦ੍ਰਿਸ਼ਟੀ ਕੀਤੀ। ਭਾਈ ਸਾਹਿਬ ਭਾਈ ਕਨਈਆ ਜੀ ਦੇ ਸੀਸ ਤੇ ਹੱਥ ਰੱਖੇ ਉਹਨੇ। ਹੁਣ ਇਹ ਵੀ ਬੇਨਤੀ ਸੁਣਿਓ, ਗੁਰੂ ਸਾਹਿਬ ਦੇ ਹੱਥ ਵਿੱਚ ਕਿੰਨੀ ਕੁ ਬਰਕਤ ਹੈ। ਅਸੀਂ ਅਰਥ ਜ਼ਰੂਰ ਕਰ ਦਿੰਦੇ ਹਾਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਗੁਰ ਹਾਥ ਧਰਿਓ ਮੇਰੇ ਮਾਥਾ। ਸਤਿਗੁਰੂ ਗੁਰੂ ਰਾਮਦਾਸ ਜੀ ਸਮਰੱਥ ਗੁਰੂ, ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ, ਹਰ ਨਾਮ ਦਿਓ। ਸੀਸ ਤੇ ਹੱਥ ਰੱਖਿਆ। ਸੰਤ ਰਤਨ ਮਾਨ ਚ ਲਿਖਿਆ ਹੈ, ਤਬ ਭਾਈ ਕਨਈਏ ਬਾਰੇ ਸਰੀਰ ਮੈਂ ਅਸਰੀਰੀ ਹੁਆ। ਫਿਰ ਸੁਣਿਓ, ਸਰੀਰ ਮੈਂ ਅਸਰੀਰੀ ਹੁਆ, ਇਹਦਾ ਮਤਲਬ ਦੇਹ ਵਿੱਚ ਰਹਿੰਦਾ ਹੋਇਆ ਬਦੇਈ ਹੋ ਗਿਆ, ਦੇਹ ਤੋਂ ਮੁਕਤ ਹੋ ਗਿਆ ਜੀ। ਸਰੀਰ ਮੈਂ ਅਸਰੀਰੀ ਹੁਆ, ਆਤਮ ਅਨੁਭਵ ਹੋ ਗਿਆ, ਅਨੁਭਵ ਪ੍ਰਕਾਸ਼ ਹੋ ਗਿਆ। ਆਤਮ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਜੀ।
ਜੀ ਦਾਨ ਦੇ ਭਗਤੀ ਲੈਣ ਧਰਮਸ਼ਾਲਾ ਬਣਾਈ, ਸੇਵਾ ਕਰਨ ਲੱਗ ਪਿਆ, ਜੀਵਾਂ ਦਾ ਭਲਾ ਮੰਗਣ ਲੱਗੇ। ਪਰ ਆਨੰਦਪੁਰ ਸਾਹਿਬ ਦੀ ਜਦੀ ਧਰਤੀ ਤੇ ਅਖੀਰਲੇ ਘੇਰੇ ਪਏ, ਭਾਈ ਸਾਹਿਬ ਭਾਈ ਕਨ੍ਹਈਆ ਸਾਹਿਬ ਉੱਥੇ ਸਨ। ਮੈਂ ਤਾਂ ਅੱਜ ਆਪ ਨੂੰ ਬੇਨਤੀ ਕੀਤੀ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਤੁਹਾਡੇ ਨੇੜੇ ਹੀ ਉਸ ਦਿਨ ਕਿਹਾ ਸੀ ਕਿ ਸਿੱਖ ਇਤਿਹਾਸ ਨੂੰ ਸਿਰਫ ਅਸਲੀਅਤ ਨੂੰ ਗੁਰੂ ਕਾਲ ਤੱਕ ਸੀਮਤ ਨਾ ਰੱਖੀਏ। ਇਹ ਤਾਂ ਉਦੋਂ ਸੀ ਜੀ। ਨਹੀਂ ਪਿਆਰਿਓ, ਗੁਰੂ ਸਾਹਿਬ ਅੱਜ ਵੀ ਸਾਡੇ ਕੋਲ ਨੇ, ਅੱਜ ਵੀ ਕਮਾਈਆਂ ਵਾਲੇ ਪੁਰਸ਼ ਹੁੰਦੇ ਆ। ਤੁਹਾਡੇ ਇਸੇ ਸ਼ਹਿਰ 'ਚ ਹੀ ਤੁਸੀਂ ਸਭ ਨੇ ਅੱਖਾਂ ਨਾਲ ਦੇਖਿਆ, ਭਗਤ ਪੂਰਨ ਸਿੰਘ ਜੀ ਵਰਗੀ ਸਮਦ੍ਰਿਸ਼ਟੀ ਮਿਲੇਗੀ ਜੀ। ਤੁਹਾਡੇ ਸਾਹਮਣੇ ਹੈ ਸਭ ਕੁਝ। ਜਿਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰ ਦੇ ਖੂਨ ਦੇ ਰਿਸ਼ਤੇ ਵੀ ਸੰਭਾਲਣ ਨੂੰ ਤਿਆਰ ਨਹੀਂ। ਸੱਚ ਇਹ ਵੇ ਕਿ ਜਿਹੜੇ ਉੱਥੇ ਰਹਿੰਦੇ ਆ, ਕੋਈ ਜ਼ਰੂਰੀ ਥੋੜਾ ਵੀ ਉਹਨਾਂ ਦੇ ਮਾਂ-ਬਾਪ ਨਹੀਂ ਜਾਂ ਉਹਨਾਂ ਦੇ ਭੈਣ ਭਰਾ ਨਹੀਂ, ਜਿਨ੍ਹਾਂ ਨੂੰ ਖੂਨ ਦੇ ਰਿਸ਼ਤੇ ਵੀ ਅਪਣਾਉਣ ਵਾਸਤੇ, ਸੰਭਾਲਣ ਵਾਸਤੇ ਤਿਆਰ ਨਹੀਂ। ਧੰਨ ਗੁਰੂ ਰਾਮਦਾਸ ਦਾ ਸੇਵਾਦਾਰ ਜਿਹੜਾ ਡੇਰਾ ਸਾਹਿਬ ਲਾਹੌਰ ਤੋਂ ਚੱਲਿਆ ਲੈ ਕੇ ਸੇਵਾ, ਮੈਂ ਬੇਨਤੀ ਕਰਾਂਗਾ, ਭਗਤ ਪੂਰਨ ਸਿੰਘ ਨੇ ਸਭ ਨੂੰ ਹਿਰਦੇ ਨਾਲ ਨਹੀਂ ਲਾਇਆ, ਸੀਨੇ ਨਾਲ। ਇਹ ਤਾਂ ਵਾਹਿਗੁਰੂ ਜੀ ਮਿਹਰ ਕਰੇ, ਦੂਈ ਦਾ ਪਰਦਾ ਹਟਾ ਦੇ। ਜੰਗ ਲੱਗਾ ਹੋਇਆ, ਤੁਸੀਂ ਸਾਖੀ ਸਾਰੇ ਜਾਣਦੇ ਹੋ, ਇੱਕ ਦੂਜੇ ਮਾਰੋ ਮਾਰ ਹੋ ਰਹੀ ਹੈ, ਪਰ ਚਿੱਟੇ ਰੰਗ ਦਾ ਇੱਕ ਝੰਡਾ ਲੈ ਕੇ ਮੋਢੇ ਤੇ ਮਸ਼ਕ ਰੱਖ ਕੇ ਭਾਈ ਕਨ੍ਹਈਆ ਸਾਹਿਬ ਜੀ ਜਦੋਂ ਕੋਈ ਡਿੱਗਿਆ ਹੋਇਆ ਕਹਿੰਦਾ ਖਾਏ ਪਾਣੀ, ਖਾਏ ਪਾਣੀ। ਭਾਈ ਕਨ੍ਹਈਆ ਸਾਹਿਬ ਆਪਣਾ ਹੱਥ ਉਹਦੇ ਮੂੰਹ ਨਾਲ ਲਾ ਕੇ ਦੂਜੇ ਪਾਸਿਓਂ ਮਸ਼ਕ ਪਾਣੀ ਉਹਦੇ ਮੂੰਹ ਨੂੰ ਜਦੋਂ ਪਾਣੀ ਪਾਉਂਦੇ ਆ, ਉਹ ਭਾਈ ਸਾਹਿਬ ਨੂੰ ਦੇਖਦਾ, ਉਹਦੀਆਂ ਅੱਖਾਂ ਭਰ ਆਉਂਦੀਆਂ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਹੋਈ ਕਿ ਮਹਾਰਾਜ ਜੀ, ਅਸੀਂ ਦੁਸ਼ਮਣ ਮਾਰਨੇ ਆ, ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ, ਇਹ ਤਾਂ ਦੁਬਾਰਾ ਕਾਇਮ ਕਰ ਰਿਹਾ ਜਲ ਪਿਆ ਕੇ। ਮੈਂ ਕਹਿੰਦਾ ਸ਼ਾਇਦ ਅੱਜ ਭਾਈ ਕਨ੍ਹਈਆ ਹੁੰਦਾ, ਉਹਦੀ ਮਸ਼ਕ ਸਮੇਤ ਹੀ ਉਹਨੂੰ ਕੋਈ ਗੋਲੀ ਮਾਰ ਦਿੰਦਾ। ਮੈਂ ਤੁਹਾਨੂੰ ਸੱਚ ਕਹਿ ਰਿਹਾ, ਅੱਜ ਹੁੰਦਾ ਸ਼ਾਇਦ ਏਡੀ ਦਵੈਸ਼ ਵਾਲੀ ਅੱਗ ਉਹਨੂੰ ਇੱਕ ਕਦਮ ਨਾ ਵਧਣ ਦਿੰਦੀ, ਮਾਰ ਦਿੰਦੇ, ਤੇ ਮਾਰਨ ਤੋਂ ਬਾਅਦ ਗਦਾਰਾਂ ਦੀ ਸੂਚੀ ਵਿੱਚ ਉਹਦਾ ਨਾਮ ਟੌਪ ਤੇ ਲਿਖ ਦਿੰਦੇ। ਉਹ ਭਾਈ ਵੇਖੋ ਜਕਾਰਾ ਛੱਡਣਾ ਕਿੱਥੇ ਵੇ। ਮੇਰੀ ਬੇਨਤੀ ਸੁਣੋ ਮਾੜੀ ਜੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਸ਼ਿਕਾਇਤ ਗਈ ਕਿ ਇਹ ਦੁਸ਼ਮਣ ਨੂੰ ਪਾਣੀ ਪਿਆ ਰਿਹਾ ਹੈ, ਅਸੀਂ ਮਾਰ ਰਹੇ ਹਾਂ। ਉਂਝ ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਹੁੰਦਾ ਦੂਸ਼ਿਤ ਹੈ ਮਨ ਜਿਸ ਕਾ। ਕਦੀ ਦੁਸ਼ਮਣ ਦੇ ਅਰਥ ਵੇਖਿਓ, ਦੁਸ਼ਮਣ ਦਾ ਅਰਥ ਹੈ ਦੂਸ਼ਿਤ ਹੈ ਮਨ ਜਿਸ ਕਾ, ਜਿਹਦਾ ਮਨ ਦੂਸ਼ਿਤ ਹੈ। ਸਤਿਗੁਰਾਂ ਨੇ ਬੁਲਾ ਲਿਆ ਕਿ ਜੀ ਇਹ ਦੁਸ਼ਮਣ ਮਾਰ ਰਹੇ ਨੇ, ਤੁਸੀਂ ਪਾਣੀ ਪਿਲਾ ਰਹੇ ਹੋ। ਸਾਡੇ ਇੱਕ ਵਿਦਵਾਨ ਬੜੀ ਸੋਹਣੀ ਗੱਲ ਕਹਿੰਦੇ ਸੀ, ਉਹਨਾਂ ਦੇ ਖਿਆਲ ਸੀ, ਕਹਿੰਦੇ ਨੇ ਭਾਈ ਸਾਹਿਬ ਨੇ ਕਿਹਾ ਨਹੀਂ ਮਹਾਰਾਜ ਮੈਂ ਮਾਰਨਾ। ਅੱਗੋਂ ਸਿੱਖਾਂ ਕਿਹਾ ਤੂੰ ਕੀ ਮਾਰਨਾ, ਤੇਰੇ ਕੋਲ ਸ਼ਸਤਰ ਕਿੱਥੇ, ਦੁਸ਼ਮਣ ਅਸੀਂ ਮਾਰਨੇ ਆ, ਤੂੰ ਪਾਣੀ ਪਿਆਣਾ। ਉਹ ਕਹਿੰਦਾ ਤੁਸੀਂ ਦੁਸ਼ਮਣ ਮਾਰਦੇ ਹੋ, ਜਦੋਂ ਦੁਸ਼ਮਣ ਡਿੱਗਾ ਹੋਇਆ ਪਾਣੀ ਮੰਗਦਾ ਮੈਂ ਉਹਦੇ ਚ ਮੂੰਹ ਚ ਜਦੋਂ ਪਾਣੀ ਪਾਣਾ ਉਦੋਂ ਦੁਸ਼ਮਣੀ ਮਰ ਜਾਂਦੀ ਹੈ। ਫਿਰ ਸ਼ਬਦ ਧਿਆਨ ਨਾਲ ਸੁਣਿਓ, ਦੁਸ਼ਮਣੀ ਮਰ ਜਾਂਦੀ ਜਦੋਂ ਦੇਖਦਾ ਹੈ ਕਿ ਮੈਨੂੰ ਤਾਂ ਪਾਣੀ ਪਿਆ, ਤੂੰ ਦੁਸ਼ਮਣ ਮਾਰ ਦਿਓ, ਮੈਂ ਪਾਣੀ ਪਿਆ ਕੇ ਦੁਸ਼ਮਣੀ ਦੀ ਜੜ ਪੱਟਣਾ ਪਿਆ। ਜਦੋਂ ਇੰਨੇ ਇੱਕ ਸ਼ਬਦ ਕਹੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਨੂੰ ਆਪਣੇ ਸੀਨੇ ਨਾਲ ਲਾ ਲਿਆ, ਘੁੱਟ ਕੇ ਗਲੇ ਨਾਲ ਲਾ ਕੇ ਕਹਿੰਦੇ ਆ। ਭਾਈ ਵੀਰ ਸਿੰਘ ਨੇ 4 ਸਤਰਾਂ ਲਿਖਿਆ, ਲੰਬੇਰੀ ਕਵਿਤਾ ਵੈਸੇ। ਉੱਥੇ ਫਿਰ ਸਤਿਗੁਰੂ ਨੂੰ ਭਾਈ ਸਾਹਿਬ ਕਹਿੰਦੇ ਆ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ। ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਸਾਹਿਬ ਜੀ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ। ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ। ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਮੈਂ ਦੇਖੋ ਇਹੋ ਜੀ ਸਮਦ੍ਰਿਸ਼ਟੀ ਹੋ ਗਈ। ਫਿਰ ਸਤਰਾਂ ਸੁਣਿਓ, ਤੈਨੂੰ ਪਿਆ ਪਿਲਾਵਾਂ ਪਾਣੀ ਦਿਲ ਅਗਰ ਦਾ ਨਾ ਬਵਦ, ਅੰਦਰ ਕਨਾਰ ਸੀ ਯਾਰ ਹਸਤ, ਚਸ਼ਮ ਗਰ ਵੀ ਨਾ ਬਵਦ, ਹਰ ਤਰਫ ਦੀਦਾਰ ਖਸਤ। ਜੇ ਦਿਲ ਸਿਆਣਾ ਹੋਵੇ ਤੇ ਮਹਿਬੂਬ ਦਿਲ ਵਿੱਚ ਕਹੇ,
ਜਿਹਦੇ ਦਿਲ ਵਿੱਚ ਮਹਿਬੂਬ ਹੈ, ਉਹਦੀਆਂ ਅੱਖਾਂ ਵਿੱਚੋਂ ਹਰ ਥਾਂ ਤੇ ਮਹਿਬੂਬ ਹੀ ਦਿਸਦਾ ਹੈ। ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ। ਹੱਸੇ ਤੇ ਗੱਲ ਆਇਆ ਪਿਆਰਾ, ਡੱਬੀ ਨਾਲ ਫੜਾਈ, ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤਾਂ ਲਾਈ। ਕੱਲਾ ਪਾਣੀ ਨਹੀਂ, ਤੂੰ ਆਪਣੇ ਨਾਲ ਮਲਮ ਵੀ ਰੱਖ। ਮੈਂ ਆਪ ਨੂੰ ਬੇਨਤੀ ਕਰਾਂ, ਅੱਜ ਜਿਹੜਾ ਸ਼ਬਦ ਹੈ ਏਡੀ ਸਰਵ ਵਿਆਪਕਤਾ ਸਮ ਦ੍ਰਿਸ਼ਟੀ ਹੈ ਜੀ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਪਰ ਇੱਕ ਸਵਾਲ ਹੈ, ਇੱਕ ਹੋ ਕੇ ਸਾਰਿਆਂ 'ਚ ਕਿਵੇਂ ਬੈਠਾ ਹੈ? ਸਾਰਿਆਂ ਵਿੱਚ ਬੈਠਾ ਨਾ। ਤੇ ਗੁਰੂ ਸਾਹਿਬ ਕਹਿੰਦੇ ਹਾਂ ਇੱਕ ਹੋ ਕੇ ਸਭ 'ਚ ਬਹਿ ਜਾਂਦਾ। ਕਿਵੇਂ ਜੀ? ਇੱਕ ਬਚਨ ਕਹੇ, ਖੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ। ਗੁਰੂ ਗ੍ਰੰਥ ਸਾਹਿਬ ਜੀ, ਇਹ ਲਹਿੰਦੀ ਪੰਜਾਬੀ ਹੈ ਜੀ। ਅਸੀਂ ਇੱਧਰ ਮਾਝੇ ਵਾਲੇ ਬੋਲਾਂਗੇ, ਆਪਾਂ ਸਭ ਬੋਲਾਂਗੇ, ਉਹ ਬੋਲਦੇ ਨੇ ਹੱਬ, ਹੈ ਤੇ ਅਰਥ ਸਭ ਹੀ ਨਾ। ਹੱਬ ਸਮਾਣੀ ਜੋਤ, ਸਾਰਿਆਂ ਵਿੱਚ ਤੇਰੀ ਜੋਤ ਸਮਾਈ ਹੈ, ਇੱਕ ਹੋ ਕੇ ਸਭ ਹੀ ਸਮਾਇਓ। ਕਿਵੇਂ ਜੀ? ਜਿਉਂ ਜਲ ਘਟਾਊ ਚੰਦਰਮਾ, ਘਟਾਊ ਦਾ ਅਰਥ ਘੜਾ। ਜਿਵੇਂ ਪਾਣੀ ਦੇ ਭਰੇ ਕੋਈ ਘੜੇ ਦੇ ਵਿੱਚ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦਿਸਦਾ ਸੋਹਣਿਆ, ਚੰਦਰਮਾ ਇੱਕ ਹੈ, ਘੜੇ ਅਨੇਕਾਂ ਨੇ, ਅਨੇਕਾਂ ਘੜਿਆਂ ਵਿੱਚ ਇੱਕ ਚੰਦਰਮਾ ਦਿਖਦਾ ਹੈ। ਇੱਕ ਓੰਕਾਰ ਇੱਕ ਹੈ, ਜੀਵ ਅਣਗਿਣਤ ਨੇ, ਸਾਰਿਆਂ ਜੀਵਾਂ ਵਿੱਚ ਉਹਦੀ ਜੋਤ ਵਿਆਪਕ ਹੈ। ਇਹਨੂੰ ਫਿਰ ਸੁਣਿਓ ਮੇਰੀ ਇਸ ਬੇਨਤੀ ਨੂੰ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਹੁਣ ਆਪਾਂ ਮੰਨ ਲਓ ਪੂਰਨਮਾਸ਼ੀ ਦੀ ਰਾਤ ਹੋਵੇ, ਪੂਰਾ ਚੰਦਰਮਾ ਹੋਵੇ, ਅੰਮ੍ਰਿਤਸਰ ਬੈਠੇ ਆ, ਪਾਣੀ ਦੇ ਘੜੇ ਘਰ ਘਰ ਭਰੇ ਹੋਣ, ਅਰਥ ਨੇ ਸਿਰਫ ਇਹਦੇ। ਤੇ ਜਦੋਂ ਚੰਦਰਮਾ ਅਸਮਾਨ ਤੇ ਹੈ, ਘੜੇ ਦੀਆਂ ਚੱਪਣੀ ਚੁੱਕੀਏ, ਹਰ ਘਰ ਕੋਈ ਚੁੱਕ ਲੈ, ਤੇ ਆਪਾਂ ਵੇਖਾਂਗੇ ਘੜੇ ਵਿੱਚ ਚੰਦਰਮਾ ਦਿਸ ਰਿਹਾ ਬਾਹਰ। ਤੇ ਜੇ ਆਪਾਂ ਜਲੰਧਰ ਫੋਨ ਕਰਕੇ ਕਹੀ ਵੀ ਤੁਹਾਡੇ ਘੜਿਆਂ 'ਚ ਚੰਦਰਮਾ ਹੈਗਾ, ਉਹ ਕਹਿਣਗੇ ਸਾਡਿਆਂ 'ਚ ਵੀ ਹੈਗਾ। ਜੇ ਦਿੱਲੀ ਵੱਲ ਫੋਨ ਕਰੋਗੇ, ਉਹ ਵੀ ਪਾਕਿਸਤਾਨ ਕਰੋਗੇ ਤਾਂ, ਅਫਗਾਨਿਸਤਾਨ ਕਰੋਗੇ ਤਾਂ, ਫਿਰ ਆਪਾਂ ਕਹਾਂਗੇ ਨਹੀਂ ਨਹੀਂ ਇਹ ਚੰਦਰਮਾ ਤੇ ਸਿਰਫ ਸਾਡੇ ਘੜਿਆਂ 'ਚ ਨਹੀਂ। ਪਿਆਰਿਓ, ਜਿਹਨੂੰ ਦਿਸਦਾ ਉਹਨੂੰ ਸਾਡਾ ਜਾਣਦਾ ਹੈ। ਇਸੇ ਤਰ੍ਹਾਂ ਚੰਦਰਮਾ ਇੱਕ ਹੈ, ਸਾਰਿਆਂ ਘੜਿਆਂ ਵਿੱਚੋਂ ਪਿਆਰ ਕਰਦਾ ਹੈ। ਵਾਹਿਗੁਰੂ ਜੀ ਇੱਕ ਨੇ, ਸਾਰੇ ਘੜਿਆਂ ਵਿੱਚੋਂ ਆਪ ਪਿਆਰ ਕਰਦੇ ਆ। ਸਤਿਗੁਰੂ ਜੀ ਨੇ ਅੱਜ ਬਚਨ ਕੀਤਾ, ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮੈਂ ਕੀਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਉਹ ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਊਚ ਨੀਚ ਮੈਂ ਜੋਤ ਸਮਾਣੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਖੋਏ। ਸਤਿਗੁਰੂ ਗੁਰੂ ਪੰਚਮ ਪਿਤਾ ਜੀ ਨੇ ਮਿਹਰ ਕੀਤੀ ਕਿ ਜਿਵੇਂ ਬਨਾਸਪਤੀ ਵਿੱਚ ਅੱਗ ਹੈ, ਦੁੱਧ ਦੇ ਵਿੱਚ ਘਿਓ ਹੈ, ਇਸੇ ਤਰ੍ਹਾਂ ਮੇਰੇ ਕਰਤਾਰ ਜੀ, ਸੋਹਣੇ ਵਾਹਿਗੁਰੂ ਜੀ, ਪ੍ਰਭੂ ਜੀ, ਪਰਮੇਸ਼ਵਰ ਜੀ ਹਰ ਜੀਵ ਦੇ ਅੰਦਰ ਸਮਾਏ ਹੋਏ ਹਨ। ਸੰਤੋ ਘਟ ਘਟ ਰਹਿਆ ਸਮਾਹਿਓ। ਇੱਥੇ ਸਤਿਗੁਰੂ ਜੀ ਕਹਿੰਦੇ ਸੰਤੋ, ਹੇ ਭਲੇ ਪੁਰਸ਼ੋ ਗੁਰਮੁਖੋ, ਉਹ ਹਰ ਇੱਕ ਘਰ ਘਟ ਘਟ ਵਿੱਚ ਆਪ ਸਮਾਇਆ ਹੋਇਆ। ਤੇ ਗੱਲ ਸੱਚ ਜੇ। ਸੰਤ ਕਹਿ ਸਕਦਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ। ਜਿਹੜੇ ਅੰਦਰ ਦੇਖਿਆ ਉਹੀ ਕਹੂਗਾ ਹਰ ਘਟ ਵਿੱਚ ਵਸਦਾ। ਇੱਥੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਸੰਤੋ ਭਲੇ ਪੁਰਖੋ, ਘਟ ਘਟ ਵਿੱਚ ਕਰਤਾਰ ਸਮਾਏ ਹੋਏ ਹਨ। ਪੂਰਨ ਪੂਰ ਰਹਿਓ ਸਰਬ ਮਹਿ। ਕਹਿੰਦੇ ਨੇ ਪਰਮਾਤਮਾ ਆਪ ਪੂਰਨ ਨੇ, ਪਰਿਪੂਰਨ ਨੇ, ਤੇ ਪਰਿਪੂਰਨ ਪਰਮਾਤਮਾ ਸਰਬ ਮਹਿ, ਸਾਰਿਆਂ ਦੇ ਵਿੱਚ ਆਪ ਸਮਾਏ ਹੋਏ ਹਨ। ਜਲ ਥਲ ਰਮਈਆ ਆਹਿਓ। ਜਲ ਥਲ ਰਮਈਆ ਆਹਿਓ, ਮਰਾਠੀ ਆਹਿਓ, ਇਹਦਾ ਅਰਥ ਹੈ। ਮਹਾਰਾਜ ਕਹਿ ਰਹੇ ਨੇ ਪਾਣੀ ਵਿੱਚ ਵੀ ਹੈ, ਆਪ ਪੁਲਾੜ ਆਕਾਸ਼ ਵਿੱਚ ਹੀ ਹੈ, ਤੇ ਸੁੱਕੀ ਧਰਤੀ ਦੇ ਉੱਤੇ ਵੀ ਉਹ ਸਮਾਇਆ ਹੋਇਆ ਹੈ। ਇਹ ਸੰਤ ਜਨੋ ਘਟ ਘਟ ਵਿੱਚ ਉਹ ਸਮਾਇਆ ਹੈ, ਤੇ ਘਟ ਘਟ ਵੀ ਸਮਾਉਣ ਵਾਲਾ ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਵਾਂ ਤੇ ਹੈ। ਰਹਾਉ। ਇਹ ਦੋ ਤੁਕਾਂ ਸਤਿਗੁਰਾਂ ਨੇ
ਰਹਾਉ ਦੀਆਂ ਉਚਾਰਨ ਕੀਤੀਆਂ ਹਨ। ਗੁਣ ਨਿਧਾਨ ਨਾਨਕ ਜਸ ਗਾਵੇ। ਗੁਣ ਨਿਧਾਨ, ਗੁਣਾਂ ਦੇ ਖਜ਼ਾਨੇ, ਜਿਨ੍ਹਾਂ ਦੇ ਗੁਣਾਂ ਦਾ ਕੋਈ ਟੋਟਾ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੀ ਜਸ ਗਾਉਂਦੇ ਖਾਂ। ਸਤਿਗੁਰ ਭਰਮ ਚੁਕਾਇਓ। ਸਤਿਗੁਰੂ ਜੀ ਨੇ ਅੰਦਰੋਂ ਭਰਮ ਖਤਮ ਕਰ ਦਿੱਤਾ ਜੀ। ਜਿਹੜਾ ਦੂਈ ਦਵੈਸ਼ ਦਾ ਸੀ ਨਾ ਜੀ, ਮੈਂ ਤੂੰ ਤੇਰਾ ਮੇਰਾ ਵੈਰੀ ਮਿੱਤਰ ਵਾਲੀ ਬਿਰਤੀ ਸਾਰੀ ਮੁਕਾ ਦਿੱਤੀ ਜੀ। ਮਹਾਰਾਜ ਕਹਿੰਦੇ ਤਾਂ ਹੀ ਪਤਾ ਲੱਗਾ ਸਾਰਿਆਂ ਘਟਾਂ ਵਿੱਚ ਉਹੀ ਹੈ। ਸਤਿਗੁਰੂ ਕਹਿੰਦੇ ਭਰਮ ਚੁਕਾਇਆ। ਤੇ ਹੁਣ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਭਰਮ ਚੁੱਕਿਆ ਗਿਆ, ਅਸੀਂ ਕਰਤਾਰ ਦੇ ਗੁਣ ਗਾਉਂਦੇ ਖਾਂ। ਸਰਬ ਨਿਵਾਸੀ ਸਦਾ ਅਲੇਪਾ। ਪਰ ਭਾਈ ਸਿੱਖੋ ਰਹਿੰਦਾ ਸਾਰਿਆਂ ਵਿੱਚ ਹੈ, ਪਰ ਨਿਰਲੇਪ ਹੈ। ਉਹਦੇ ਉੱਤੇ ਕੋਈ ਲੇਪ ਸ਼ੇਪ ਨਾ ਲਿਪਿਆ, ਤੇ ਕੋਈ ਉਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ। ਉਹ ਸਾਰੀਆਂ ਥਾਵਾਂ ਤੇ ਰਹਿ ਕੇ ਵੀ ਨਿਰਲੇਪ ਹੈ, ਉਹਨੂੰ ਕੋਈ ਚੀਜ਼ ਅਸਰ ਨਹੀਂ ਕਰਦੀ। ਸਭ ਮਹਿ ਰਹਿਆ ਸਮਾਇਓ। ਫਿਰ ਸਤਿਗੁਰਾਂ ਜੀ ਨੇ ਕਿਹਾ ਭਾਈ ਸਿੱਖੋ, ਹੇ ਗੁਰਮਖੋ, ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਪਰ ਸਮਾਇਆ ਹੋਣ ਦੇ ਬਾਵਜੂਦ ਉਹਨੂੰ ਕੋਈ ਮੋਹ ਨਹੀਂ, ਕੋਈ ਲਾਲਚ ਨਹੀਂ, ਕੋਈ ਈਰਖਾ ਨਹੀਂ, ਕੋਈ ਰੋਣਾ ਨਹੀਂ, ਕੋਈ ਹੱਸਣਾ ਨਹੀਂ, ਕੋਈ ਸੋਗ ਨਹੀਂ, ਕੋਈ ਰੋਗ ਨਹੀਂ, ਕੋਈ ਭੋਗ ਨਹੀਂ। ਉਹ ਸਭ ਵਿੱਚ ਰਹਿ ਕੇ ਸਭ ਤੋਂ ਨਿਰਲੇਪ ਰਹਿੰਦਾ ਹੈ ਸਾਰੀਆਂ ਥਾਵਾਂ ਤੇ, ਪਰ ਨਿਰਲੇਪ ਹੈ। ਉਹਨੇ ਇਹਨੂੰ ਕਿਸ ਢੰਗ ਨਾਲ ਜੀ, ਆ ਬੱਤੀ ਜਗਦੀ ਹੈ ਜੀ, ਚਾਨਣ ਹੈ ਨਾ ਜੀ। ਮੰਨ ਲਓ ਇਹ ਲਾਈਟ ਅਸੀਂ ਬਾਹਰ ਲਾਈ ਹੋਵੇ ਤੇ ਲਾਈਟ ਕੂੜੇ ਦੇ ਢੇਰ ਤੇ ਵੀ ਪੈ ਰਹੀ ਹੈ ਬਲਬ ਦੀ, ਤੇ ਥੱਲੇ ਲਾਈਟ ਮਠਿਆਈ ਪਈ ਉਹਦੇ ਤੇ ਪੈਂਦੀ ਪਈ। ਇਹ ਚਾਨਣ ਮੰਨ ਲਓ ਫੁੱਲਾਂ ਦੀ ਟੋਕਰੀ ਭਰੀ ਹੈ, ਰਾਤ ਦੀ ਰਾਣੀ ਦੀਆਂ ਮਹਿਕਾਂ ਨੇ, ਉਹਦੇ ਤੇ ਪੈ ਰਹੀ ਹੈ। ਯਾਦ ਰੱਖਿਓ, ਚਾਨਣ ਸਭ ਵਿੱਚ ਹੈ। ਕੂੜੇ ਤੇ ਵੀ ਚਾਨਣ ਹੈ, ਮਠਿਆਈ ਤੇ ਵੀ ਚਾਨਣ ਹੈ, ਫੁੱਲਾਂ ਦੀ ਟੋਕਰੀ ਤੇ ਵੀ ਚਾਨਣ ਹੈ, ਪਰ ਸਭ ਤੇ ਪੈਣਨ ਦੇ ਬਾਵਜੂਦ ਚਾਨਣ ਵਿੱਚੋਂ ਮਿੱਠੇ ਦਾ ਸਵਾਦ ਹੁੰਦਾ? ਚਾਨਣ ਵਿੱਚੋਂ ਕੂੜੇ ਦੀ ਬਦਬੂ ਆਏਗੀ? ਚਾਨਣ ਵਿੱਚੋਂ ਫੁੱਲਾਂ ਦੀ ਸੁਗੰਧੀ ਆਏਗੀ? ਪ੍ਰਕਾਸ਼ ਹੈ, ਪਰ ਹੋਂਦ ਹੋਣ ਦੇ ਬਾਵਜੂਦ ਵੀ ਉਹ ਨਿਰਲੇਪ ਹੈ। ਜਿਵੇਂ ਚਾਨਣ ਸਾਰੀਆਂ ਥਾਵਾਂ ਤੇ ਪੈਂਦਾ ਹੈ, ਪਰ ਥਾਂ ਤੋਂ ਨਿਰਲੇਪ ਰਹਿੰਦਾ, ਉਹਦਾ ਅਸਰ ਨਹੀਂ ਕਬੂਲਦਾ। ਪਿਆਰਿਓ, ਜਿਹੜਾ ਤੁਰ ਅੰਦਰ ਸਾਡੇ ਬੈਠਾ ਵਾਹਿਗੁਰੂ ਜੀ ਨਾ, ਆ ਮਾਣੀ ਰੋਂਦਾ ਕਲਪਦਾ ਹੈ, ਉਹ ਤਾਂ ਕਦੀ ਰੋਂਦਾ ਵੀ ਨਹੀਂ ਜੀ। ਉਹਦੇ ਨਾ ਸੋਗ ਨਾ ਰੋਗ ਹੈ, ਉਹ ਸਭ ਲਿਖ ਹੈ, ਸਾਰਿਆਂ ਵਿੱਚ ਵਿਆਪਕ ਹੈ। ਵਾਹਿਗੁਰੂ ਜੀ ਕਿਰਪਾ ਕਰੋ, ਇਸ ਦੀ ਲਖਤਾ ਬਖਸ਼ ਦਿਓ। ਕਹਿ ਦੇਣਾ ਸੌਖਾ ਹੈ ਜੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਖੋਏ। ਨਹੀਂ, ਇਹ ਜਿਸ ਨੂੰ ਗੁਰੂ ਸਾਹਿਬ ਬ੍ਰਹਮ ਦੀ ਦਾਤ ਦੇ ਦੇਣ, ਉਹ ਚੰਮ ਤੋਂ ਉੱਪਰ ਉੱਠ ਸਕਦਾ ਹੈ ਜੀ। ਚੰਮ ਵਿੱਚ ਜੁੜਿਆ ਹੋਇਆ ਬੰਦਾ ਬ੍ਰਹਮ ਨੂੰ ਛੇਤੀ ਨਹੀਂ ਵੇਖ ਸਕਦਾ। ਜਿਹੜਾ ਬੰਦਾ ਚਮੜੀ ਤੱਕ ਸੀਮਤ ਹੈ ਨਾ, ਇਹੀ ਗੱਲ ਸਤਿਗੁਰਾਂ ਨੂੰ ਜਦੋਂ ਪੁੱਛਿਆ, ਮੈਂ ਇੱਕ ਵਾਰੀ ਸੋਚਿਆ, ਗੁਰੂ ਨਾਨਕ ਸਾਹਿਬ ਨੂੰ ਸਾਰੇ ਅਸੀਂ ਇੱਕ ਪੌੜੀ ਪੜ੍ਹਨੇ ਆ, ਇਹ ਹਾਜੀ ਪੁੱਛਦੇ ਆ, ਉਹ ਤੁਸੀਂ ਰੱਬ ਦੀ ਗੱਲ ਪੁੱਛ ਲਓ। ਬਾਬਾ ਜੀ ਆਏ ਨੇ, ਤੁਸੀਂ ਕਰਤਾਰ ਦੀ ਗੱਲ ਪੁੱਛੋ, ਖੁਦਾ ਦੀ ਪੁੱਛੋ। ਉਹ ਟੋਲਾ ਇਹੀ ਪੁੱਛੀ ਜਾਂਦਾ, ਹਿੰਦੂ ਵੱਡੇ ਹੁੰਦੇ ਨੇ ਕਿ ਮੁਸਲਮਾਨ ਵੱਡੇ ਹੁੰਦੇ ਨੇ, ਫਿਰ ਦਵੈਚ ਚ ਫਸੇ ਆ। ਅਸੀਂ ਸਾਰੇ ਪੜ੍ਹਦੇ ਆ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਤੇ ਜੇ ਵੱਡੇ ਦੀਆਂ ਵਡਿਆਈਆਂ ਪੁੱਛ ਲੈਂਦੇ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਚੰਗੇ ਅਮਲ ਕੋਈ ਨਹੀਂ, ਜੇ ਰੂਹਾਨੀਅਤ ਨਹੀਂ, ਜੋ ਮਰਜੀ ਸੰਪਰਦਾ ਬਣਾ ਕੇ ਤੁਰੇ ਫਿਰੀਏ ਪਿਆਰਿਓ, ਅੰਦਰ ਬੰਦਗੀ ਕੋਈ ਨਹੀਂ, ਅੰਦਰ ਸੁੱਕਾ ਪਿਆ, ਤੇ ਕਾਹਦਾ ਹਿੰਦੂ ਤੇ ਕਾਹਦਾ ਮੁਸਲਮਾਨ ਤੇ ਕਿਹੜਾ ਸਿੱਖ? ਕਿਉਂਕਿ ਨਾਮ ਤੋਂ ਬਿਨਾਂ ਕੁਛ ਵੀ। ਅੱਜ ਵੀ ਅਸੀਂ ਦੇਖਦੇ ਹਾਂ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ, ਅਸੀਂ ਉਹਨੂੰ ਕਹਿੰਦੇ ਹਾਂ ਸੱਚੇ ਨਾਮ ਬਿਨ। ਤੇ ਭਾਈ ਸੱਜਣੋ, ਜੇ ਆਪਣੇ ਅੰਦਰ ਨਾਮ ਕੋਈ ਨਹੀਂ, ਤੇ ਫਿਰ ਆਪਣੇ ਚਿੰਨ੍ਹ ਵੀ ਕਿਸ ਅਰਥ ਰਹਿ ਜਾਣਗੇ। ਸਭ ਦਾ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਸੰਗਤ ਜੀ ਬਖਸ਼ ਦੇਣਾ। ਆਓ ਆਪਾਂ ਨਾਮ ਜਪ ਲਈਏ ਥੋੜਾ ਜੀ, ਕਰੋ ਕਿਰਪਾ। ਤੇ ਪਲੀਜ਼ ਇਹ ਸਾਰੇ ਬੋਲਿਆ ਕਰੋ, ਤੁਹਾਡੀ ਗੂੰਜ ਪੂਰੇ ਸੰਸਾਰ ਵੀ ਜਾਂਦੀ ਹੈ ਜੀ। ਕੋਈ ਅਮਰੀਕਾ 'ਚ ਬੈਠਾ, ਕੋਈ ਕੈਨੇਡਾ 'ਚ, ਕੋਈ ਇੰਗਲੈਂਡ 'ਚ, ਕੋਈ ਇੱਥੇ। ਜਦੋਂ ਇਹ ਆਵਾਜ਼ ਪੈਂਦੀ ਏ,
ਉਹਨਾਂ ਦੀ ਹਾਜ਼ਰੀ ਲੱਗਦੀ ਹੈ। ਮੰਜੀ ਸਾਹਿਬ ਜੀ ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, 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 ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ।
ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਿਗੁਰਾਂ ਜੀ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।